क्योंकि सारा कुछ ਤੁਹਾਡੇ ਹੱਥ 'ਚ ਨਹੀਂ ਹੁੰਦਾ। ਜਿਹੜਾ ਤੁਸੀਂ ਗੱਲ ਕਹੀ ਉਹ ਜਿਹੜੀ ਆਰੋਪ ਲੱਗਣ ਦੀ ਉਹ ਮੇਰੇ 'ਤੇ ਨਹੀਂ, ਉਹ ਕਿਸੇ ਹੋਰ 'ਤੇ ਲੱਗੇ ਆ। ਪਰ ਕਿਉਂਕਿ ਸਾਡੀ ਟੀਮ ਹੈ, ਮੇਰੀ ਟੀਮ 'ਚ ਹੁਣ ਆਪਣੀ ਟੀਮ 'ਚ ਕਿੰਨੇ ਜਣੇ ਲੋਕ ਹੈ ਤੇ ਕੋਈ ਵੀ ਗਲਤੀ ਕਰਦਾ ਉਹ ਮੇਰੇ 'ਤੇ। ਅਸੀਂ 1 ਲੱਖ ਤੋਂ ਵੱਧ ਪੇਸ਼ੈਂਟ ਵੇਖੇ ਆਪਣੇ ਕਲੀਨਿਕ 'ਚ ਔਰ ਉਹ ਪੋਸੀਬਲ ਹੀ ਨਹੀਂ ਹੋਣਾ ਸੀ ਜੇ ਇੱਥੇ ਨਾ ਹੁੰਦੇ, ਕਿਉਂਕਿ ਇਸ ਧਰਨੇ ਵਿੱਚ ਵੂਮਨ ਵੀ ਬਹੁਤ ਜ਼ਿਆਦਾ ਨੇ, ਬੀਬੀਆਂ ਬਹੁਤ ਜ਼ਿਆਦਾ ਨੇ, ਇਸ ਲਈ ਇਹਨਾਂ ਦਾ ਵੀ ਇੱਥੇ ਹੋਣਾ ਬਹੁਤ ਜ਼ਰੂਰੀ ਹੈ। ਕੁਝ ਨੈਗੇਟਿਵਿਟੀ ਸੀ, ਆਫ ਕੋਰਸ ਉਹ ਚੀਜ਼ਾਂ ਸੁਣ ਕੇ ਘਰ ਦੇ ਪਰੇਸ਼ਾਨ ਹੁੰਦੇ ਆ। ਸੇ ਕੁਝ ਕੀਤਾ ਪਰ ਲੱਕਲੀ ਬਾਈ ਜੀ, ਲੱਕਲੀ ਇੱਕ ਵੀ ਐਸਾ ਕਿੱਸਾ ਨਹੀਂ ਹੋਇਆ ਜਿਹਦੇ ਕਰਕੇ ਮੈਂ ਫੀਲ ਕਰਾਂ ਕਿ ਮੈਨੂੰ ਇਹ ਚੀਜ਼ ਬੈਂਡਰ ਕਰਨੀ ਹੈ। ਜਿਹੜਾ 1000 ਦੇਣਾ ਆਈ ਫੀਲ ਲਾਈਕ ਪੀਕ, ਤੇ ਤੁਸੀਂ ਪੀਕ ਤੇ ਉਹ 1000 ਕਿੱਥੋਂ ਹੋਣਾ? ਸਾਡੀਆਂ ਜੇਬਾਂ 'ਚ ਹੋਣਾ, ਕਿਹਦੀ ਜੇਬਾਂ 'ਚ ਹੋਣਾ? ਇਹਦੇ ਪੇਸ਼ੈਂਟਸ ਆਉਂਦੇ ਨੇ, ਮੇਲ ਪੇਸ਼ੈਂਟਸ ਹਮੇਸ਼ਾ ਜ਼ਿਆਦਾ ਰਹੇ ਆ ਤੇ ਕਦੇ ਵੀ ਐ ਨਹੀਂ ਲੱਗਿਆ ਵੀ ਮੇਲ ਪੇਸ਼ੈਂਟਸ ਕੁੜੀਆਂ ਨੂੰ ਕਿਉਂ ਦਿਖਾਉਣ ਜਾਂ ਕੁੜੀਆਂ ਮੇਲ ਪੇਸ਼ੈਂਟਸ ਕਿਉਂ ਦੇਖਣ। ਬਹੁਤ ਪੱਧਰ ਤੇ ਫੇਲ ਹੋ ਗਿਆ। ਮੈਨੂੰ ਉਦੋਂ ਬੜਾ ਡਰ ਸੀ ਯਾਰ, ਅਸੀਂ ਵੀ ਮਿਹਨਤ ਕਰਦੇ ਆ ਉਹ ਤਾਂ ਵੀ ਸਾਡੇ ਤੇ ਇੱਦਾਂ ਦੇ ਰੋਕ ਲੱਗੇ ਆ। ਕਈ ਵਾਰੀ ਕੋਈ ਹੋ ਸਕਦਾ ਹੈ ਅਨਸਰਟਨਟੀ, ਕਦੇ ਕੇਸ ਪੈ ਜੇ ਕਿਉਂਕਿ ਸਰਕਾਰ ਦੇ ਉਲਟ ਜਾਂਦੇ ਡਰ ਨਹੀਂ। ਜੋ ਮੈਂ ਕਿਤਾਬਾਂ ਵਿੱਚੋਂ ਪੜ੍ਹਿਆ ਉਹ ਅਲੱਗ ਗੱਲ ਹੈ, ਪਰ ਜੋ ਮੈਂ ਜ਼ਿੰਦਗੀ ਲਈ ਇੱਥੇ ਪੜ੍ਹਿਆ ਉਹ ਮੈਨੂੰ ਲੱਗਦਾ ਆ ਕਿ ਮੈਂ ਅਗਲੇ 20 ਸਾਲਾਂ ਦੇ ਵਿੱਚ ਵੀ ਕਿਤੇ ਨਹੀਂ ਸੀ ਪੜ੍ਹ ਸਕਦਾ। ਸੋ ਆਲ ਇਨ ਆਲ ਐਕਸਪੀਰੀਅੰਸ ਬਹੁਤ ਵੱਡਾ ਵੀ ਸੀ, ਬਹੁਤ ਵਧੀਆ ਸੀ ਤੇ ਮੈਨੂੰ ਕਦੇ ਐ ਨਹੀਂ ਲੱਗਿਆ ਕਿ ਮੈਂ ਇੱਥੇ ਆ ਕੇ ਗਲਤੀ ਕਰਤੀ। ਪਹਿਲੇ ਲੋਕ ਅਕਸਰ ਕਿਆ ਕੁੜੀ ਹੋਰ ਬਾਈ ਮੁੰਡਿਆਂ ਨੂੰ ਵੀ ਕਹਿੰਦਾ ਹੁੰਦਾ ਯਾਰ ਮੇਰੇ ਲਈ ਬਹੁਤ ਹਾਰਡ ਆ, ਪਰ ਰੋਕ ਨਹੀਂ ਸਕਦੇ। ਜੇ ਕੁੜੀਆਂ ਨੂੰ ਕਹੇ ਕਿ ਨਹੀਂ ਤੁਸੀਂ ਸਾਡੇ ਕੋਲ ਹੀ ਆਉਣਾ, ਕਿ ਅਸੀਂ ਇਹ ਬੰਦ ਕਰਤਾ ਕਿ ਸਾਡੇ ਤੇ ਯਾਰ ਕੋਈ ਕੱਲ ਰੋਕ ਲੱਗ ਸਕਦਾ, ਪਰ ਉਹਦਾ ਫਿਰ ਉਹ ਤੁਸੀਂ ਕਦੇ ਰੀਡਰ ਹੋ। ਡਾਕਟਰੀ ਪੇਸ਼ਾ ਲੋਕਾਂ ਲੱਗਦਾ ਤੇ ਅਨਪੜ੍ਹ ਲੋਕ ਹੀ ਨਾ ਹੋਣ, ਤਾਂ ਤੁਸੀਂ ਵੇਖੋ ਇੱਥੋਂ ਕਿੰਨੇ ਲੋਕ ਡਾਕਟਰੀ ਉਹਨਾਂ ਦੇ ਮੂੰਹ ਤੇ ਚਪੇੜ ਆ ਕਿ ਤੇ ਡਾਕਟਰ ਤੇਰੇ ਵਰਗੇ ਬਾਈ ਹੋਣੀ ਕਿੰਨੇ ਪੜ੍ਹੇ ਲਿਖੇ ਲੋਕ ਤੇ ਆਪਣਾ ਕਰੀਅਰ ਛੱਡ ਕੇ ਇੱਥੇ ਬੈਠੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਡਾਕਟਰ ਸਵੈਮਾਨ ਤੇ ਉਹਨਾਂ ਦੀ ਪੂਰੀ ਟੀਮ ਨਾਲ। ਡਾਕਟਰ ਸਵੈਮਾਨ ਤੋਂ ਮੈਨੂੰ ਲੱਗਦਾ ਨਹੀਂ ਕੋਈ ਦੁਨੀਆ ਦਾ ਕੋਈ ਸ਼ਖਸ ਜਿਹੜਾ ਇਸ ਅੰਦੋਲਨ ਨਾਲ ਜੁੜਿਆ ਤੇ ਉਹ ਉਹਨਾਂ ਦੀ ਸ਼ਖਸੀਅਤ ਨੂੰ ਨਹੀਂ ਜਾਣਦਾ ਹੋਊਗਾ। ਪਰ ਅੱਜ ਆਪਾਂ ਗੱਲਾਂ ਕਰਨੀਆਂ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਆਪਾਂ ਕਿ ਕੈਲੀਫੋਰਨੀਆ ਪਿੰਡ ਵਸਾਇਆ ਤੇ ਉਹਦੇ ਵਿੱਚ ਖਾਸ ਇੱਕ ਹੋਰ ਟੌਪਿਕ ਆ, ਕਿਉਂਕਿ ਉਹਨਾਂ ਨੇ ਜਿਹੜੀ ਸਰਵਿਸਿਜ਼ ਆ ਉਹ ਤਾਂ ਹਰ ਇੱਕ ਚੀਜ਼ ਚਾਹੇ ਹੋਮ ਬਣਾ ਕੇ ਦਿੱਤੇ, ਲੋਕਾਂ ਨੂੰ ਫੂਡ ਦਿੱਤਾ, ਰੋਜ਼ਮਰਰਾ ਦੀਆਂ ਜ਼ਿੰਦਗੀ ਦੀਆਂ ਜੋ ਵੀ ਚੀਜ਼ਾਂ ਚਾਹੀਦੀਆਂ ਸੀ। ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਡਾਕਟਰੀ ਸੇਵਾਵਾਂ ਦਿੱਤੀਆਂ ਤੇ ਡਾਕਟਰੀ ਸੇਵਾਵਾਂ ਦੇ ਵਿੱਚ ਜਿਹੜਾ ਆਪਾਂ ਕਿ ਕੁੜੀਆਂ ਨੂੰ ਬੜਾ ਪ੍ਰਮੋਟ ਕੀਤਾ, ਖਾਸ ਕਰਕੇ ਲੇਡੀਜ਼ ਡਾਕਟਰ ਨੂੰ ਲਿਆਉਣਾ ਕਿਵੇਂ ਆ ਗਿਆ। ਤੇ ਦੇਖਿਆ ਜਾਵੇ ਤਾਂ ਅੱਜ ਡਾਕਟਰ ਸਵੈਮਾਨ ਦੀ ਟੀਮ ਦੇ ਵਿੱਚ ਜਿਹੜਾ ਕਾਫੀ ਲੇਡੀਜ਼ ਡਾਕਟਰ ਨੇ। ਜੇ ਗੱਲ ਕਰਾਂ ਤਾਂ ਮੇਰੇ ਨਾਲ ਇਸ ਵਕਤ ਡਾਕਟਰ ਪ੍ਰਨੀਤ ਨੇ, ਠੀਕ ਹੈ, ਉਹ ਤੋਂ ਬਿਨਾਂ ਡਾਕਟਰ ਅਪੂਰਵਾ, ਡਾਕਟਰ ਰਮਨਜੋਤ, ਡਾਕਟਰ ਅਨਮੋਲ ਜੋਤ ਕੌਰ, ਸੁਖਮਨਦੀਪ ਤੇ ਹਰਮਨਦੀਪ ਦੋ ਜਿਹੜੇ ਹੈਗੇ ਆ ਬॉय ਡਾਕਟਰ ਨੇ, ਤੇ ਨਾਲ ਸੁਖਪ੍ਰੀਤ ਕੌਰ ਜਿਹੜੇ ਕਿ ਆਪਾਂ ਕਿ ਇੱਥੇ ਇਹ ਕੈਲੀਫੋਰਨੀਆ ਤੋਂ ਆਏ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇਖਣ ਦੇ ਗੱਲਬਾਤ ਕਰਾਂ। ਡਾਕਟਰ ਸਾਹਿਬ, ਜੇ ਦੇਖਿਆ ਜਾਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਥੇ ਆ ਕੇ ਇੱਕ ਟੀਮ ਜਨਰੇਟ ਕੀਤੀ ਤੇ ਉਹਦੇ 'ਚ ਵੀ ਲੇਡੀਜ਼ ਡਾਕਟਰ, ਖਾਸ ਕਰਕੇ ਜੇ BBC ਦੀਆਂ ਖਬਰਾਂ ਦੇਖੀਆਂ ਜਾਣ ਤਾਂ ਉਹਦੇ 'ਚ ਉਹਨਾਂ ਨੇ, ਕਿਉਂਕਿ BBC ਕਾਫੀ ਹੈ ਨਾ ਆਪਾਂ ਕਿ ਉਹਦੇ ਲੋਕ ਭਰੋਸਾ ਕਰਦੇ ਆ, ਤਾਂ ਉਹਦੀ ਇੱਕ ਸਟੋਰੀ ਦੇਖ ਰਿਹਾ ਸੀ ਜਦੋਂ ਬਾਅਦ ਇਹ ਆਪਾਂ ਸਾਰੀ ਮੈਂ ਸੋਚਿਆ ਵੀ ਤੁਹਾਡੇ ਨਾਲ ਕੀਤੀ ਜਾਵੇ। ਤਾਂ ਉਹ ਕਾਫੀ ਕਹਿ ਰਹੇ ਸੀ ਕਿ ਸਾਡਾ ਜਿਹੜਾ ਹੈਗਾ ਹਰਾਸ ਕੀਤਾ ਗਿਆ, ਲੇਡੀਜ਼ ਨੂੰ ਇੱਥੇ ਆਉਣਾ ਨਹੀਂ ਚਾਹੀਦਾ, ਜੇ ਨਹੀਂ ਚਾਹੀਦਾ। ਤੇ ਤੁਸੀਂ ਤੁਹਾਡੇ ਤੇ ਵੀ ਬੜੇ ਇਲਜ਼ਾਮ ਲੱਗੇ, ਇਹ ਮੰਨਣਾ ਪੈਣਾ, ਖਾਸ ਕਰਕੇ ਟਵਿੱਟਰ ਦੇ ਉੱਤੇ ਵੀ ਜਿਹੜਾ ਹੈਗਾ ਇੱਕ ਕਿਸੇ ਨੇ ਜਿਹੜਾ ਹੈਗਾ ਇੱਕ ਵੀਡੀਓ ਪਾਈ ਸੀ, ਸ਼ਾਇਦ ਉਹ ਕੁੜੀ ਨੇ ਪਾਇਆ, ਪਤਾ ਨਹੀਂ ਬਾਏ ਨੇਮ ਨਹੀਂ ਮੈਂ ਜਾਣਦਾ। ਤੇ ਪਰ ਇੰਨਾ ਕੁਝ ਹੋ ਕੇ ਖਾਸ ਕਰਕੇ ਕਿਉਂਕਿ ਕਿਸੇ ਦੇ ਉਂਗਲ ਉੱਠ ਜਾਣੀ ਤੇ ਬੜੀ ਔਖੀ ਹੁੰਦੀ, ਕਿਸ ਤਰ੍ਹਾਂ ਹੈਂਡਲ ਕੀਤਾ, ਕਿਸ ਤਰ੍ਹਾਂ ਕੁੜੀਆਂ ਦਾ ਭਰੋਸਾ ਜਿਹੜਾ ਹੈਗਾ ਤੁਸੀਂ ਇੱਥੇ ਜਿੱਤਿਆ, ਖਾਸ ਕਰਕੇ ਲੇਡੀਜ਼ ਦਾ? ਹਾਂਜੀ, ਪਹਿਲੀ ਗੱਲ ਤੇ ਥੈਂਕ ਯੂ, ਤੁਸੀਂ ਆਪਣਾ ਟਾਈਮ ਕੱਢਿਆ। ਜਿਹੜੀ ਕਿ ਇਹ ਸਾਡਾ ਪ੍ਰੋਫੈਸ਼ਨ ਹੈ, ਮੈਡੀਕਲ ਪ੍ਰੋਫੈਸ਼ਨ ਬੜਾ ਪਵਿੱਤਰ ਪ੍ਰੋਫੈਸ਼ਨ ਹੈ, ਸੇਵਾ ਦਾ ਪ੍ਰੋਫੈਸ਼ਨ ਹੈ, ਤੇ ਅਸੀਂ ਬੜੇ ਲੱਕੀ ਹੈ ਕਿ ਸਾਨੂੰ ਇਹ ਸੇਵਾ ਇੱਥੇ ਕਰਨ ਦਾ ਮੌਕਾ ਮਿਲਿਆ 12 ਮਹੀਨੇ। ਦੂਜੀ ਗੱਲ, ਇਹ ਜਿਹੜੀ ਮੈਡੀਕਲ ਕਲੀਨਿਕ ਅਸੀਂ ਚਲਾਈ ਆ, ਇਹ ਰਲ ਮਿਲ ਕੇ ਇੱਕ ਟੀਮ ਨੇ ਕੰਮ ਕੀਤਾ, ਜਿਹਦੇ ਵਿੱਚ 1000 ਤੋਂ ਵੱਧ ਡਾਕਟਰਸ, ਮੈਂ ਅੱਗੇ ਵੀ ਗੱਲ ਕੀਤੀ ਆ, ਵਿੱਚੋਂ ਵੱਡੇ ਫੇਸਿਸ ਜਿਨ੍ਹਾਂ ਨੇ ਸਾਡੀ ਬਹੁਤ ਹੈਲਪ ਕੀਤੀ, ਅੱਜ ਨਹੀਂ ਹੈ ਇੱਥੇ, ਮਨਮੀਤ ਕੌਰ, ਡਾਕਟਰ ਕਮਲ, ਸੁਮੀਤ, ਤੇ ਇੱਦਾਂ ਹੀ ਭਾਈ ਹੁਣੀ ਟੀਮ ਦੀ ਬੈਕਬੋਨ ਬਣ ਕੇ ਇੱਥੇ ਸਪੋਰਟ ਕੀਤੀ ਹੈ। ਸੋ ਮੈਨੂੰ ਕਦੀ ਜ਼ਿਆਦਾ ਹਾਰਡ ਨਹੀਂ ਲੱਗਾ, ਠੀਕ ਹੈ, ਸ਼ੁਰੂ 'ਚ ਲੱਗਾ ਸੀ, ਬਟ ਇੱਕ ਰੋਟੇਸ਼ਨਲ ਸਰਵਿਸ ਅਸੀਂ ਸ਼ੁਰੂ ਕਰ ਪਾਏ ਜਿਹਦੇ ਕਰਕੇ ਲੋਕ ਆਉਂਦੇ ਜਾਂਦੇ ਨੇ। ਜਿੱਥੋਂ ਤੱਕ ਕਿ ਕੁੜੀਆਂ ਦੀ ਗੱਲ ਕਰਾਂ, ਸਾਡਾ ਇੱਕ ਵੱਡਾ ਮੋਟਿਵ ਸੀ ਕਿ ਇੱਥੇ ਇੱਕ ਸੇਫ ਇਨਵਾਇਰਨਮੈਂਟ ਦੇਣਾ ਕੁੜੀਆਂ ਨੂੰ, ਕਿਉਂਕਿ ਮੇਰੀ ਵੀ ਧੀ ਆ ਔਰ ਮੈਂ ਵੀ ਚਾਹੁੰਦਾ ਕਿ ਜੇ ਕੱਲ੍ਹ ਖੁਦਾ ਨਾ ਖਾਸਤਾ ਕਿਤੇ ਹੋਰ ਅੰਦੋਲਨ ਲੱਗਦਾ
ਕਿਤੇ ਇਨਕਲਾਬ ਛਿੜਦਾ ਤੇ ਮੈਂ ਚਾਹੁੰਦਾ ਉਹ ਵੀ ਉੱਥੇ ਜਾ ਕੇ ਉਹਦਾ ਹਿੱਸਾ ਬਣ ਸਕੇ। ਸੋ ਮੇਰਾ ਵੱਡਾ ਇੱਥੇ ਆਈਡੀਆ ਇਹ ਸੀ ਕਿ ਯਾਰ ਇੱਕ ਸੇਫ ਇਨਵਾਇਰਨਮੈਂਟ ਦੇਣੀ ਚਾਹੀਦੀ ਆ ਕੁੜੀਆਂ ਨੂੰ। ਔਰ ਤੁਹਾਡੀ ਗੱਲ ਬਹੁਤ ਸਹੀ ਆ, ਇਹ ਮੇਰੇ ਲਈ ਇੱਕ ਚਲੋ ਕਿ ਇੱਕ ਵੱਡਾ ਚੈਲੰਜ ਸੀ, ਬਹੁਤ ਸਭ ਤੋਂ ਵੱਡਾ। ਮੈਂ ਰੋਜ਼ ਹੀ ਡਰਦਾ ਸਾਂ, ਮੈਂ ਰੋਜ਼ ਪ੍ਰਮਾਤਮਾ ਤੋਂ ਅਰਦਾਸ ਕਰਦਾ ਸਾਂ, ਪ੍ਰਮਾਤਮਾ ਕਿਉਂਕਿ ਸਾਰਾ ਕੁਝ ਤੁਹਾਡੇ ਹੱਥ 'ਚ ਨਹੀਂ ਹੁੰਦਾ। ਜਿੱਦਾਂ ਤੁਸੀਂ ਗੱਲ ਕਹੀ, ਉਹ ਜਿਹੜੀ ਰੋਗ ਲੱਗਣ ਦੀ ਉਹ ਮੇਰੇ ਤੇ ਨਹੀਂ, ਉਹ ਕਿਸੇ ਹੋਰ ਤੇ ਲੱਗੀ ਆ। ਪਰ ਕਿਉਂਕਿ ਸਾਡੀ ਟੀਮ ਹੈ, ਮੇਰੀ ਟੀਮ 'ਚ, ਆਪਣੀ ਟੀਮ 'ਚ ਕਿੰਨੇ ਜਣੇ ਲੋਕ ਹੈ ਤੇ ਕੋਈ ਵੀ ਗਲਤੀ ਕਰਦਾ ਉਹ ਮੇਰੇ ਤੇ ਐਂਡ ਤੇ ਹੋਣੀ ਗੱਲ। ਸੋ ਇਹ ਚੀਜ਼ ਮੈਂ ਰੋਜ਼ ਅਰਦਾਸ ਕਰਦਾ, ਅਸੀਂ ਰੋਜ਼ ਟੀਮ ਮੀਟਿੰਗਸ ਕਰਦੇ। ਇਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਸਾਥ ਮਨਮੀਤ ਨੇ, ਡਾਕਟਰ ਕਮਲ ਨੇ ਦਿੱਤਾ, ਹੋਰ ਵੀ ਕੋਈ ਫੀਮੇਲ ਡਾਕਟਰਸ ਨੇ ਜਿਨ੍ਹਾਂ ਨੇ ਮੇਰਾ ਇਹ ਚੀਜ਼ 'ਚ ਬਹੁਤ ਸਾਥ ਦਿੱਤਾ ਕਿ ਅਸੀਂ ਜਦੋਂ ਵੀ ਕੋਈ ਕੁੜੀ ਆਉਣਾ ਉਹਨਾਂ ਇੱਕ ਬੇਸਿਕ ਰਨ ਥਰੂ ਕਰਨਾ ਕਿ ਭਾਈ ਇੱਥੇ ਇਹ ਪ੍ਰੋਬਲਮਸ ਤੁਹਾਨੂੰ ਆ ਸਕਦੀਆਂ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੇਰੇ ਕੋਲ ਆਉਣਾ। ਇੱਕ 5 ਮੈਂਬਰ ਅਸੀਂ ਕਮੇਟੀ ਵੀ ਬਣਾਈ ਆਪਣੀ ਟੀਮ ਵੱਲੋਂ, ਜੇ ਕਦੇ ਵੀ ਕਿਸੇ ਕੁੜੀ ਨੂੰ ਕੋਈ ਵੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਤੁਸੀਂ ਉੱਥੇ ਜਾ ਕੇ ਆਪਣਾ ਰਿਪੋਰਟ ਕਰੋ, ਜ਼ਰੂਰ ਮੈਨੂੰ ਵੀ ਕਰੋ, ਉਹਨਾਂ ਨੂੰ ਵੀ ਕਰੋ। ਸੇ ਕੁਝ ਕੀਤਾ, ਪਰ ਲੱਕਲੀ ਬਾਈ ਜੀ, ਲੱਕਲੀ ਇੱਕ ਵੀ ਐਸਾ ਕਿੱਸਾ ਨਹੀਂ ਹੋਇਆ ਜਿਹਦੇ ਕਰਕੇ ਮੈਂ ਫੀਲ ਕਰਾਂ ਕਿ ਮੈਨੂੰ ਇਹ ਚੀਜ਼ ਅਬੈਂਡਨ ਕਰਨੀ ਪਈ। ਬੜੇ ਮਾਣ ਨਾਲ ਮੇਰੀਆਂ ਭੈਣਾਂ ਬਣ ਕੇ ਇੱਥੇ ਆਈਆਂ, ਔਰ ਮੈਂ ਵੀ ਕਹਿੰਦਾ ਕਿ ਮੈਂ ਵੀ ਬੜੇ ਮਾਣ ਨਾਲ ਇਹਨਾਂ ਦਾ ਭਰਾ ਬਣ ਕੇ ਪ੍ਰਾਊਡਲੀ ਅੱਜ ਬੈਠਾ। ਜੇ ਆਪਾਂ ਇਹ ਸ਼ੋਅ ਪਹਿਲਾਂ ਵੀ ਕਰ ਸਕਦੇ, ਪਰ ਅੱਜ ਆਪਾਂ ਜੇ ਕਰਦੇ ਕਿਉਂਕਿ ਧਰਨਾ ਲੱਗਦਾ ਕਿ ਸਰਕਾਰ ਮੰਨ ਗਈ ਆ, ਤੇ ਇਹ ਅੱਜ ਵੱਡਾ ਰੀਜ਼ਨ ਇਹਦਾ ਸ਼ੋਅ ਕਿ ਪਹਿਲਾਂ ਮੈਂ ਸਲੂਟ ਕਰਨਾ ਚਾਹੁੰਦਾ ਮੇਰੀਆਂ ਭੈਣਾਂ ਨੂੰ, ਇਹਨਾਂ ਦੇ ਮਾਵਾਂ ਨੂੰ, ਇਹਨਾਂ ਦੇ ਪੇਰੈਂਟਸ ਨੂੰ, ਕਿਉਂਕਿ ਤੁਹਾਡੇ ਇੱਥੇ ਡਾਕਟਰ ਬੈਠੇ ਨੇ, ਕਰੋੜਾਂ ਇਹਨਾਂ ਦੀ ਕਮਾਈ ਆ ਹਨਾ, ਔਰ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਘਰੋਂ ਬਾਅਦ ਇਸ ਧਰਨੇ ਤੇ ਆਉਣ ਦਿੱਤਾ ਜਿੱਥੇ ਮੁੰਡੇ ਵੀ ਡਰਦੇ ਆ ਉਹਨੂੰ। ਪਹਿਲੀ ਗੱਲ ਉਹਨਾਂ ਨੂੰ ਸਲੂਟ। ਫਿਰ ਦੂਜੀ ਗੱਲ ਇਹਨਾਂ ਨੇ ਆਪਣਾ ਜਿਗਰਾ ਰੱਖਿਆ ਕਿ ਇੱਥੇ ਬਜ਼ੁਰਗਾਂ ਦੀ ਸੇਵਾ ਕਰਨ ਇੱਥੇ ਪਹੁੰਚੇ। ਅਸੀਂ 1 ਲੱਖ ਤੋਂ ਵੱਧ ਪੇਸ਼ੈਂਟ ਵੇਖੇ ਆਪਣੇ ਕਲੀਨਿਕ 'ਚ, ਔਰ ਉਹ ਪੋਸੀਬਲ ਹੀ ਨਹੀਂ ਹੋਣਾ ਸੀ ਜੇ ਇੱਥੇ ਨਾ ਹੁੰਦੇ, ਕਿਉਂਕਿ ਇਸ ਧਰਨੇ ਵਿੱਚ ਵੂਮਨ ਵੀ ਬਹੁਤ ਜ਼ਿਆਦਾ ਨੇ, ਬੀਬੀਆਂ ਬਹੁਤ ਜ਼ਿਆਦਾ ਨੇ, ਇਸ ਲਈ ਇਹਨਾਂ ਦਾ ਵੀ ਇੱਥੇ ਹੋਣਾ ਬਹੁਤ ਜ਼ਰੂਰੀ ਸੀ ਕਿ ਐਸੇ ਕੇਸਿਸ ਹੁੰਦੇ ਆ ਜਿਹੜੇ ਮੈਂ ਨਹੀਂ ਡੀਲ ਕਰ ਸਕਦਾ ਐਸੇ ਮੇਰੇ, ਔਰ ਮੈਨੂੰ ਇੱਕ ਲੇਡੀ ਡਾਕਟਰ ਦੀ ਲੋੜ ਪੈਂਦੀ ਹੈ, ਇਹਨਾਂ ਸਦਾ ਹੀ ਉੱਥੇ ਚੀਜ਼ ਧਿਆਨ ਕੀਤੀ। ਇੱਕ ਹੋਰ ਜਿਹੜੀ ਚੀਜ਼ ਦੀ ਮੈਂ ਲੱਕੀ ਆ ਕਿ ਇਕੱਲੇ ਪੰਜਾਬ ਤੋਂ ਨਹੀਂ ਆ, ਹਰਿਆਣੇ ਤੋਂ, ਪੰਜਾਬ ਤੋਂ, ਕਰਨਾਟਕਾ ਤੋਂ, ਵੈਸਟ ਬੰਗਾਲ ਤੋਂ, ਜਰਮਨੀ ਤੋਂ, ਫਰਾਂਸ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਕਿਹੜੀ ਜਗ੍ਹਾ ਜਿੱਥੇ ਇੱਥੇ ਡਾਕਟਰ ਆ ਕੇ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ। ਸਾਡੀ ਟੈਲੀਮੈਡੀਸਨ ਵਿੱਚ ਬਹੁਤ ਲੋਕਾਂ ਨੇ ਸੇਵਾ ਕੀਤੀ ਥਰੂ ਟੈਲੀਮੈਡੀਸਨ, ਥਰੂ ਕੰਪਿਊਟਰ ਹਾਂ। ਸੋ ਅਸੀਂ ਬਹੁਤ ਲੋਕੀ ਅੱਗੇ ਚੈਲੰਜ ਇਹ ਹੋਈ ਸੀ ਕਿ ਇੰਡੀਆ ਵਰਗੇ ਦੇਸ਼ ਵਿੱਚ ਜਿੱਥੇ ਅੱਗੇ ਰੇਪ ਕੇਸਿਸ ਐਂਡ ਆਲ ਦੈਟ ਸਟੂਪਿਡ ਥਿੰਗਸ ਜਿਹੜੀਆਂ ਸ਼ੋ ਅਪ ਹੁੰਦੀਆਂ, ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ, ਜਿੱਥੇ ਵੂਮਨ ਰਾਈਟਸ ਵੈਸੇ ਅੱਗੇ ਚੈਲੰਜ ਆ, ਹੁਣ ਉੱਥੇ ਇਹ ਚੀਜ਼ ਕਰਨੀ ਉਹਦੇ ਵਿੱਚ ਅੱਗੇ ਆਉਣਾ। ਐਂਡ ਅੱਜ ਅਸੀਂ ਆਖਰੀ ਦਿਨਾਂ 'ਚ ਬੈਠੇ ਇੱਥੇ ਹੋਪਫੁਲੀ ਉਹਨੂੰ ਕਹਿ ਸਕਦਾ ਕਿ ਹਾਂ ਯਾਰ ਅੱਗੇ ਤੋਂ ਜੇ ਕੋਈ ਧਰਨਾ ਲੱਗੇ ਤੇ ਇਹਨਾਂ ਦੀ ਵੂਮਨ ਪ੍ਰੈਜ਼ੈਂਟ ਅ ਮਸਟ ਹੈ। ਜਿਵੇਂ ਤੁਸੀਂ ਕਿਹਾ ਕਿ ਜਿਹੜਾ ਹੈਗਾ, ਕਿਉਂਕਿ ਕੌਨਫੀਡੈਂਸ ਬਿਲਡ ਅਪ ਕੀਤਾ ਹੈ ਨਾ, ਮੇਰੇ ਨਾਲ ਇੱਥੇ ਨਾਲ ਜਿਹੜਾ ਲੇਡੀ ਡਾਕਟਰ ਨੇ, ਇਹਨਾਂ ਤੋਂ ਪੁੱਛਦੇ ਹਾਂ ਤੁਹਾਡਾ ਜਿਹੜਾ ਹੈਗਾ ਫਸਟ ਐਕਸਪੀਰੀਅੰਸ ਤੇ ਅੱਜ ਦਾ ਐਕਸਪੀਰੀਅੰਸ, ਕਿਉਂਕਿ ਇੱਕ ਦਿਨ ਹੋਊਗਾ ਜਿਸ ਦਿਨ ਤੁਸੀਂ ਇੱਥੇ ਐਂਟਰੀ ਕੀਤੀ ਹੈ ਨਾ, ਅੱਜ ਤੁਸੀਂ ਜਿਹੜਾ ਹੈ ਕਾਫੀ ਕੰਫਰਟ ਜ਼ੋਨ 'ਚ ਫੀਲ ਕਰਦੇ ਹੋ। ਪਹਿਲਾਂ ਕੀ ਸੋਚਦੇ ਸੀ, ਬਾਅਦ 'ਚ ਕੀ ਸੋਚਦੇ, ਕਿਵੇਂ ਉਹ ਪੂਰੀ ਤੁਹਾਡੀ ਜਰਨੀ ਇੱਥੋਂ ਦੀ, ਖਾਸ ਕਰਕੇ ਕੈਲੀਫੋਰਨੀਆ ਪਿੰਡ ਦੇ ਵਿੱਚ ਐਜ਼ ਏ ਵਰਕਿੰਗ ਹੈ ਨਾ ਡਾਕਟਰ, ਤੇ ਦੂਜਾ ਇੱਕ ਕੁੜੀ ਦੇ ਤੌਰ ਤੇ ਧਰਨੇ ਦੇ ਵਿੱਚ ਵਿਚਰਨ ਦੀ ਕਿਸ ਤਰ੍ਹਾਂ ਹੋਵੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਾਕਟਰ ਰਮਨਜੋਤ ਕੌਰ, ਕੁਝ ਮਹੀਨੇ ਹੋਏ ਸਰ ਨਾਲ ਜੁੜੇ ਹੋਏ, ਤੇ ਸਟਾਰਟਿੰਗ 'ਚ ਜਦੋਂ ਪਹਿਲੀ ਵਾਰ ਗੱਲ ਕਰੀ ਘਰੇ, ਤੇ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦੇ ਆ, ਆਫ ਕੋਰਸ ਕਰਦੇ ਚਿੰਤਾ ਕਰਦੇ ਆ, ਔਰ ਆਪਾਂ ਡਾਕਟਰਸ ਆ, ਨਿਊ ਡਿਗਰੀਜ਼ ਕੰਪਲੀਟ ਕਰੀਆਂ ਨੇ, ਇੰਟਰਨਸ਼ਿਪਸ 'ਚ ਸੀਗੇ ਉਸ ਟਾਈਮ, ਤੇ ਜੌਬ ਸਟਾਰਟ ਕਰੀਆਂ ਤੇ ਅਸੀਂ ਤੇ ਵਿੱਚੋਂ ਜੌਬ ਛੱਡ ਕੇ ਕਿਵੇਂ ਆਪਾਂ ਪ੍ਰੋਟੈਸਟ ਤੇ ਆ ਸਕੇ। ਆਪਾਂ ਘਰੇ ਜਦੋਂ ਇਸ ਬਾਰੇ ਗੱਲ ਕਰੀ ਤਾਂ ਉਹਨਾਂ ਨੇ ਸਾਨੂੰ ਵੀਡੀਓਜ਼ ਕੁਝ ਦਿਖਾਈਆਂ ਕੁੜੀਆਂ ਦੀ ਜਿਹੜੀ ਸਿੰਘ ਬਾਰਡਰ ਜਾਂ ਫਿਰ ਟਿਕਰੀ ਬਾਰਡਰ ਤੇ ਆਈਆਂ ਸੀ, ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰੇ, ਤੇ I was like shocked to hear some of their point of views about the environment on the borders. I don't want to mention their names, I don't want to mention ਕਿ ਉਹਨਾਂ ਨੇ ਕੀ comments ਕਰੇ, ਕੁਝ ਨੈਗੇਟਿਵਿਟੀ ਸੀ ਆਫ ਕੋਰਸ, ਉਹ ਚੀਜ਼ਾਂ ਸੁਣ ਕੇ ਘਰ ਦੇ ਪਰੇਸ਼ਾਨ ਹੁੰਦੇ ਆ। ਸੋ ਪਰ ਫਿਰ ਵੀ ਉਹਨਾਂ ਨੇ ਜਿਗਰਾ ਰੱਖ ਕੇ ਸਾਨੂੰ ਭੇਜਿਆ, ਕਿਉਂਕਿ what our parents believe is that we are doctors, we are here to serve others and we have to do it like for our whole life. So why not ਆਪਾਂ ਆਪਣੀ ਕੁੜੀਆਂ ਨੂੰ ਅੱਗੇ ਭੇਜੀਏ so that ਉਹਨਾਂ ਨੂੰ ਦੇਖ ਕੇ ਹੋਰ ਕੁੜੀਆਂ ਵੀ ਆਉਣ। ਸੋ ਪਹਿਲੇ ਦਿਨ ਜਦੋਂ ਮੈਂ ਆਈ ਸੀ, ਮੈਂ ਇਹ ਸੋਚ ਕੇ ਆਈ ਸੀ ਕਿ ਆਪਣੇ ਆਪ ਨੂੰ ਕਿਵੇਂ ਪ੍ਰੋਟੈਕਟ ਰੱਖਣਾ, ਆਪਣੇ ਆਪ ਨੂੰ ਕਿਵੇਂ, ਕੁਝ ਚੀਜ਼ਾਂ ਨੇ ਜੋ ਸਰ ਨੇ ਮੈਂਸ਼ਨ ਕਰੀਆਂ ਕਿ ਕੋਈ ਵੀ ਪ੍ਰੋਬਲਮਸ ਹੈ ਉਹ ਸਰ ਨੇ ਸਾਨੂੰ ਪਹਿਲੇ ਹੀ ਫੋਨ ਤੇ ਸਾਰਾ ਕੁਝ ਦੱਸਦੇ ਸੀ। ਡਾਕਟਰ ਮਨਮੀਤ ਨੇ, ਡਾਕਟਰ ਕਮਲ ਨੇ, ਸਭ ਨੇ ਕਾਫੀ ਹੈਲਪ ਕਰੀ, ਸਾਨੂੰ ਦੱਸਿਆ ਕਿ ਹਾਊ ਵੀ ਹੈਵ ਟੂ ਸਰਵਾਈਵ ਹੇਅਰ।
ਸੋ ਜਦੋਂ ਆਏ ਆ ਤੇ ਥੋੜਾ ਡਰ ਲੈ ਕੇ ਆਏ ਸੀ, ਪਰ ਜਿਵੇਂ ਆਏ ਕੁਝ ਦਿਨ ਇੱਥੇ ਰਹੇ, ਸਾਡੇ ਭਰਾ ਨੇ ਸਾਰੇ ਜੋ ਵੋਲੰਟੀਅਰਸ ਨੇ ਸਾਡੇ ਨਾਲ ਖੜੇ ਸੀ। ਥੋੜੀ ਜਿਹੀ ਵੀ ਪ੍ਰੋਬਲਮ ਹੁੰਦੀ ਸੀ ਭੱਜ ਕੇ ਆ ਕੇ ਸੁਣਦੇ ਸੀਗੇ, ਤੇ ਸਾਨੂੰ ਇੱਥੇ ਲੱਗਿਆ ਹੀ ਨਹੀਂ ਕਿ ਉਹ ਜੋ ਚੀਜ਼ਾਂ ਆਪਾਂ ਸੁਣੀਆਂ ਸੀ YouTube ਤੇ ਉਹ ਸਭ ਮੈਂ ਅੱਜ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਉਹ ਫੇਕ ਸੀਗੀਆਂ। ਸਾਰੇ ਸਾਡੇ ਭਰਾ ਬਣ ਕੇ ਸਾਡੇ ਨਾਲ ਖੜੇ ਰਹੇ, ਸਾਨੂੰ ਅੱਜ ਤੱਕ OPD 'ਚ ਬੈਠੇ ਆ, ਬਾਹਰ ਘੁੰਮਦੇ ਫਿਰਦੇ, ਕੁਝ ਵੀ ਕਰਦੇ, ਕਿਸੇ ਨਾਲ ਲੰਗਰਵਾਲ 'ਚ ਬੈਠੇ ਆ, ਕਿਤੇ ਵੀ ਬੈਠੇ ਆ, ਸਾਨੂੰ ਕਦੇ ਇਦਾਂ ਨਹੀਂ ਫੀਲ ਹੋਇਆ ਕਿ ਆਪਾਂ ਇੱਥੇ ਪ੍ਰੋਟੈਕਟਡ ਨਹੀਂ ਹੈਗੇ। ਸੋ ਆਲ ਇਨ ਆਲ ਇਹ ਐਕਸਪੀਰੀਅੰਸ ਬਹੁਤ ਵੱਡਾ ਵੀ ਸੀ, ਬਹੁਤ ਵਧੀਆ ਸੀ, ਤੇ ਮੈਨੂੰ ਕਦੇ ਐ ਨਹੀਂ ਲੱਗਿਆ ਕਿ ਮੈਂ ਇੱਥੇ ਆ ਕੇ ਗਲਤੀ ਕਰਤੀ। ਥੈਂਕ ਯੂ। ਸੋ ਇੱਥੇ ਜੇ ਆਪਾਂ ਗੱਲ ਕਰੀਏ, ਕਿਉਂਕਿ 26 ਜਨਵਰੀ ਦੀਆਂ ਘਟਨਾਵਾਂ ਹੁੰਦੀਆਂ, 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਤਾਂ ਇਹੋ ਜਿਹਾ ਵੀ ਇੱਕ ਮਾਹੌਲ ਸੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ, ਕਿ ਉਦੋਂ ਬਾਅਦ ਤਾਂ ਮੁੰਡਿਆਂ ਨੂੰ ਵੀ ਜਿਹੜੇ ਉਹਨਾਂ ਦੇ ਮਾਪਿਆਂ ਨੇ ਜਾਣ ਤੋਂ ਮਨਾ ਕਰਤਾ ਸੀ। ਇੱਕ ਇਹ ਸੱਚਾਈ ਹੈ, ਕਾਰਨ ਕਿਉਂਕਿ ਕਹਿੰਦੇ ਸੀਗੇ ਵੀ ਉੱਥੇ ਜਾਓਗੇ ਕੇਸ ਬਣ ਜਾਣਾ, ਜਿਸ ਤਰ੍ਹਾਂ ਪੰਜਾਬ ਦੇ ਮੁੰਡੇ ਦੇ ਕੇਸ ਬਣੇ। ਉਸ ਤੋਂ ਬਾਅਦ ਇੱਕ ਫੀਅਰ, ਇੱਕ ਬੜਾ ਡਰ ਹੈ ਨਾ, ਉਸ ਤੋਂ ਬਾਅਦ ਵੀ ਜਿਹੜਾ ਹੈਗਾ ਕੁੜੀਆਂ ਦਾ ਉੱਥੋਂ ਬਾਹਰ ਆਉਣਾ ਤੇ ਉਹਨਾਂ ਨੂੰ ਹੌਸਲਾ ਬਿਲਡਅਪ ਕਰਨਾ, ਉਹਨੂੰ এনवायरमेंट ਦੇ ਨਾਲ ਡਾਕਟਰ ਸਵੈਮਾਨ ਦੀ ਵੱਡੀ ਕਾਮਯਾਬ ਰਹੀ ਹੈ। ਇਹਨਾਂ ਮੇਰੇ ਨਾਲ ਨੇ, ਤੁਸੀਂ ਥੋੜਾ ਜਿਹਾ ਆਪਦਾ ਐਕਸਪੀਰੀਅੰਸ ਕਿਸ ਤਰ੍ਹਾਂ ਜਿਹੜਾ ਪੂਰਾ ਥਰੂ ਆਊਟ ਦੇ ਅੰਦੋਲਨ ਕਿਸ ਤਰ੍ਹਾਂ? ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਅਪੂਰਵਾ ਅਗਰਵਾਲ, ਮੈਂ ਇੰਟਰਨ ਹੈ, MBBS ਇੰਟਰਨ, ਤੇ ਫਸਟ ਟਾਈਮ ਥੋੜਾ ਟਾਈਮ ਹੀ ਹੋਇਆ ਸਰ ਨਾਲ ਜੁੜੇ ਨੂੰ। ਤੇ ਫਸਟ ਟਾਈਮ ਜਦੋਂ ਮੈਂ ਆਈ ਸੀ, ਇੱਕ ਵਾਰ ਪੇਰੈਂਟਸ ਨੂੰ ਵੀ ਡਰ ਸੀਗਾ ਵੀ ਪਤਾ ਨਹੀਂ ਕੀ ਹੋਊਗਾ ਤੇ ਕਿਵੇਂ ਰਹੂੰਗੇ, ਸਾਰਾ ਕੁਝ। ਕੁੜੀਆਂ ਲਈ ਬਹੁਤ ਪ੍ਰੋਬਲਮਸ ਹੁੰਦੀਆਂ ਤੇ ਬਹੁਤ ਔਖਾ ਲੱਗ ਰਿਹਾ ਸੀ ਪਹਿਲੀ ਵਾਰੀ ਤਾਂ ਆਣਾ, ਪਰ ਜਿਵੇਂ ਅਸੀਂ ਆਏ ਇੱਥੇ ਤੇ ਐਡਜਸਟ ਹੋਏ, ਪਤਾ ਹੀ ਨਹੀਂ ਲੱਗਿਆ ਵੀ ਇੰਨੇ ਥੋੜੇ ਟਾਈਮ 'ਚ ਇੰਨੀ ਜ਼ਿਆਦਾ ਫੈਮਿਲੀ ਵਰਗੇ ਹੋ ਗਏ ਨੇ ਸਾਰੇ, ਤੇ ਬਿਲਕੁਲ ਵੀ ਔਡ ਨਹੀਂ ਲੱਗਿਆ। ਆ ਕੇ ਕਦੇ ਵੀ ਕੋਈ ਵੀ ਹੈਲਪ ਮੰਗਣੀ, ਕਿਸੇ ਨੇ ਇੱਕ ਵਾਰੀ ਵੀ ਮਨਾ ਨਹੀਂ ਕੀਤਾ। ਤੇ ਹਮੇਸ਼ਾ ਤੋਂ ਸਾਡੀ ਕੰਟਰੀ 'ਚ ਥੋੜਾ ਰਿਹਾ ਜੈਂਡਰ ਡਿਸਕ੍ਰਿਮੀਨੇਸ਼ਨ ਦਾ, ਤੇ ਇੱਥੇ ਆ ਕੇ ਇੱਕ ਵਾਰੀ ਵੀ ਐ ਨਹੀਂ ਲੱਗਿਆ ਵੀ ਮੁੰਡਿਆਂ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ, ਕੁੜੀਆਂ ਨੂੰ ਨਹੀਂ ਦਿੱਤੀ ਜਾ ਰਹੀ। ਇੱਕ ਵਾਰੀ ਵੀ ਐ ਫੀਲ ਨਹੀਂ ਹੋਇਆ ਵੀ ਮੁੰਡਿਆਂ ਲਈ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ ਜਾਂ ਕੁੜੀਆਂ ਨੂੰ ਨਹੀਂ ਕੀਤਾ ਜਾ ਰਿਹਾ, ਕੁਝ ਵੈਲਿਊ ਨਹੀਂ ਕੀਤੀ ਜਾ ਰਹੀ। ਅਸੀਂ OPD 'ਚ ਬੈਠੇ ਆ ਸਾਰਾ ਟਾਈਮ, ਇੰਨੇ ਪੇਸ਼ੈਂਟਸ ਆਉਂਦੇ ਨੇ, ਮੇਲ ਪੇਸ਼ੈਂਟਸ ਹਮੇਸ਼ਾ ਜ਼ਿਆਦਾ ਰਹੇ ਆ, ਤੇ ਕਦੇ ਵੀ ਐ ਨਹੀਂ ਲੱਗਿਆ ਵੀ ਮੇਲ ਪੇਸ਼ੈਂਟਸ ਕੁੜੀਆਂ ਨੂੰ ਕਿਉਂ ਦਿਖਾਉਣ ਜਾਂ ਕੁੜੀਆਂ ਮੇਲ ਪੇਸ਼ੈਂਟਸ ਕਿਉਂ ਦੇਖਣ। ਇਸ ਕਰਕੇ ਹਮੇਸ਼ਾ ਤੋਂ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਸੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਕਿਸਾਨੀ ਕਰਦੇ ਰਹੇ ਪਹਿਲਾਂ? ਨਹੀਂ ਜੀ। ਤੇ ਫਿਰ ਤੁਹਾਨੂੰ ਇਧਰਲੇ ਪਾਸੇ ਕਿਸ ਤਰ੍ਹਾਂ ਤੁਹਾਡਾ ਜੁੜਾਅ ਹੋਇਆ? ਕਿਉਂਕਿ ਮੈਂ ਸਵਾਲ ਤਾਂ ਪੁੱਛਦਾ ਕਿਉਂਕਿ ਪਤਾ ਲੱਗਿਆ ਵੀ ਅਪੂਰਵਾ ਅਗਰਵਾਲ ਤੇ ਮੈਨੂੰ ਲੱਗਿਆ, ਪਰ ਮੈਂ ਕਿਹਾ ਵੀ ਕਿਸਾਨੀ ਨਾਲ ਸੰਬੰਧਿਤ ਤਾਂ ਨਹੀਂ ਹੋ ਸਕਦੇ। ਫਿਰ ਕਿਸ ਤਰ੍ਹਾਂ ਕਿਸਾਨਾਂ ਪ੍ਰਤੀ ਜਿਹੜਾ ਜਾਗਿਆ? ਹੌਲੀ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ, ਹੌਲੀ ਸਟਾਰਟਿੰਗ 'ਚ ਕਿਸੇ ਨੂੰ ਨਹੀਂ ਪਤਾ ਸੀ ਇਹ 3 ਫਾਰਮ ਲਾਜ਼ ਬਾਰੇ। ਹੌਲੀ ਪਤਾ ਲੱਗਣ ਲੱਗਿਆ ਤੇ ਘਰਦਿਆਂ ਨੂੰ ਦੱਸਿਆ, ਤੇ ਮੈਂ ਘਰਦਿਆਂ ਨੂੰ ਸਰ ਦਾ ਮਤਲਬ ਉਹ ਦਿੱਤਾ, ਰੈਫਰੈਂਸ ਦਿੱਤਾ ਸਰ ਦਾ, ਤੇ ਘਰ ਦੇ ਬੜੇ ਇਨਫਲੂਐਂਸ ਹੋਏ ਸਰ ਤੇ ਵੀਡੀਓਜ਼ ਨਾਲ, ਸਰ ਦੇ ਕੁਝ ਸਾਰੇ ਕੰਮ ਦੇਖ ਕੇ, ਤੇ ਘਰ ਦੇ ਕਹਿੰਦੇ ਵੀ ਤੈਨੂੰ ਜਾਣਾ ਚਾਹੀਦਾ। ਤੇ ਇੱਥੇ ਆ ਕੇ ਮੈਨੂੰ ਲੱਗਿਆ ਹੀ ਨਹੀਂ ਵੀ ਮੈਂ ਇੱਕ ਫਾਰਮਿੰਗ ਤੋਂ ਬਿਲੋਂਗ ਨਹੀਂ ਕਰਦੀ ਜਾਂ ਮੈਨੂੰ ਕੁਝ ਪਤਾ ਨਹੀਂ। ਸੋ ਇਹ ਇੱਕ ਆਪਾਂ ਕਹਿੰਦੇ ਵੱਡਾ ਡਾਕਟਰ ਸਾਹਿਬ, ਚਲੋ ਜਿਹੜਾ ਤੁਸੀਂ ਲਗਾਤਾਰ ਇੱਥੇ ਵੀਡੀਓ ਦਿੰਦੇ ਰਹੇ, ਖਾਸ ਕਰਕੇ ਦੇਖਿਆ ਜਾਂਦਾ ਇੰਸਟਾਗ੍ਰਾਮ ਦੇ ਉੱਤੇ ਡਾਕਟਰ ਸਾਹਿਬ ਕਾਫੀ ਜਿਹੜਾ ਹੈਗਾ ਤੁਹਾਡਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹੈ ਨਾ। ਚਲੋ ਫੇਸਬੁੱਕ ਤੇ ਆਪਾਂ ਕਰ ਲਈਦਾ, ਬਾਕੀ ਜਿਹੜਾ ਹੈਗਾ ਜਿਹੜਾ ਮੀਡੀਆ ਨੇ ਇੰਟਰਵਿਊ ਰੋਲ ਬੜਾ ਬਣਾਉਂਦੇ ਹਨ। ਇੱਕ ਦੇਖਿਆ ਜਾਵੇ ਘਰੇ ਬਹਿ ਕੇ ਇੱਕ ਜੇ ਆਪਾਂ ਗੱਲ ਕਰਕੇ ਸੋਸ਼ਲ ਮੀਡੀਆ ਦੇ ਨਾ, ਸੋਸ਼ਲ ਮੀਡੀਆ ਘਰੇ ਬਹਿ ਕੇ ਚਲਾਉਣਾ, ਆਪਦੇ ਵੀਡੀਓ ਬਣਾ ਕੇ ਪਾਈ ਜਾਣੀਆਂ ਹੈ ਨਾ, ਰੀਲਾਂ ਦੇਖਣੀਆਂ, ਤੇ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਦਾ ਇੱਥੇ ਰੋਲ ਰਿਹਾ, ਖਾਸ ਕਰਕੇ ਲੋਕਾਂ ਦੀਆਂ ਵੀਡੀਓ ਬਣਾਉਣਾ, ਜੋ ਉਹ ਜਿਸ ਤਰ੍ਹਾਂ ਉਹ ਸਫ਼ਰ ਕਰ ਰਹੇ ਆ, ਜਿਸ ਤਰ੍ਹਾਂ ਮੀਂਹ ਦੇ ਵਿੱਚ ਬੈਠੇ ਆ, ਧੁੱਪਾਂ ਦੇ ਵਿੱਚ ਬੈਠੇ ਆ, ਦੁੱਧ ਪਾਣੀ ਦੀ ਘਾਟਾਂ, ਮਾਪਿਆਂ ਤੋਂ ਦੂਰ, ਇਹ ਸਾਰੀਆਂ ਜਿਸ ਤਰ੍ਹਾਂ ਤੁਸੀਂ ਇੱਕ ਇਹ ਵੀ ਕਹਿ ਸਕਦੇ ਆ, ਇਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚੀਆਂ, ਕਿਸ ਤਰ੍ਹਾਂ ਦਾ ਰੋਲ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਾਂ ਚਲੋ ਟੌਪਿਕ ਤੋਂ ਨਾ ਆਊਟ ਹੋ ਗਏ, ਪਰ ਜਿਹੜੀ ਗੱਲ ਹੈ ਕਿ ਤੁਸੀਂ ਕਿਸ ਤਰ੍ਹਾਂ ਜਿਹੜੇ ਪੰਜਾਬ ਦੇ ਕਾਲਜਾਂ ਨਾਲ ਜਿਹੜਾ ਟਾਈ ਅਪ ਕੀਤਾ, ਖਾਸ ਕਰਕੇ ਮੈਂ ਦੇਖਦਾ ਅੰਮ੍ਰਿਤਸਰ ਤੋਂ ਡਾਕਟਰ ਆਏ, ਕੁੜੀਆਂ ਮੈਨੂੰ ਅਲੱਗ-ਅਲੱਗ ਮੈਡੀਕਲ ਇੰਸਟੀਚਿਊਟ ਆਈਆਂ ਹਨ, ਕਿਸ ਤਰ੍ਹਾਂ ਫਿਰ ਤੁਹਾਡੀ ਕੋਈ ਮਤਲਬ ਕਿਸ ਤਰ੍ਹਾਂ ਆਈਡੀਆ ਤੇ ਕਿਸ ਤਰ੍ਹਾਂ ਉਹਨੂੰ ਤੁਸੀਂ ਇੰਪਲੀਮੈਂਟ ਕਰਦੇ ਦੇ ਵਿੱਚ ਕਾਮਯਾਬ ਹੋਏ? ਜਨੀਵ ਤੇ ਭੋਜ ਦੇ ਬਰਾੜ ਦੋ ਮੁੰਡੇ ਨੇ ਮੇਰਾ ਬਹੁਤ ਯੋਗਦਾਨ ਦਿੱਤਾ ਇਹਦੇ ਵਿੱਚ, ਕਿ ਆਪਣੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਤੇ GMC ਜਿਹੜਾ ਅੰਮ੍ਰਿਤਸਰ, ਉਹਨਾਂ ਦੋਵਾਂ ਨਾਲ ਥੋੜਾ ਜਿਹਾ ਹੁੱਕ ਕਰਨਾ। IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਮੇਰੇ ਨਾਲ ਟਾਈ ਅਪ ਕੀਤਾ ਜਨੀਵ ਦੇ ਥਰੂ, ਪਰ ਬਾਅਦ ਚੋਂ ਬੈਕ ਆਊਟ ਹੋ ਗਿਆ ਕਿ ਧਰਨੇ ਤੋਂ ਡਰ ਗਏ ਜਾਂ ਉੱਪਰੋਂ ਪ੍ਰੈਸ਼ਰ ਆ ਗਿਆ ਕਿ ਤੁਸੀਂ ਧਰਨੇ 'ਚ ਕੀ ਆਉਣਾ। ਫਿਰ ਮੈਂ ਮੁੰਡਿਆਂ ਨੂੰ ਵੀ ਕਿਹਾ, ਮੈਂ ਕਿਹਾ ਯਾਰ ਕੀ ਪਤਾ ਇਹਨਾਂ ਆਰਗੇਨਾਈਜੇਸ਼ਨਾਂ ਦਾ, ਜੇ ਉਹਨਾਂ ਨੇ ਤੁਹਾਨੂੰ ਜਿੱਥੇ ਉਹਨਾਂ ਦੀ ਲੋੜ ਆ ਉੱਥੇ ਜਾਣਗੇ ਨਾ, ਹਨਾ, ਪਰ ਫਿਰ ਵੀ ਆਈ ਥਿੰਕ ਇੱਕ ਬੈਕਬੋਨ ਹੁੰਦੀ ਆ, ਇਹ ਡਾਕਟਰ ਸਾਰੇ ਮੇਰੀ ਬੈਕਬੋਨ ਰਹੇ ਆ, ਬਹੁਤ ਜ਼ਿਆਦਾ ਸਪੋਰਟ ਕੀਤੀ। ਅੱਗੇ ਵੀ ਮੈਂ ਇਸ ਡਾਕਟਰਾਂ ਦੇ ਤੁਹਾਡੇ ਅੱਗੇ ਨਾਮ ਰੱਖਿਆ,
ਔਰ ਹਰ ਇੱਕ ਡਾਕਟਰ ਦਾ ਬੈਸਟ ਥਿੰਗ ਇਹ ਹੈ ਜਦੋਂ ਐਕਸਪੀਰੀਅੰਸ ਜਾ ਕੇ ਸ਼ੇਅਰ ਕਰਦੇ ਸੀ, ਉਹਦੇ ਨਾਲ ਹੋਰ ਡਾਕਟਰ ਹੁੰਦੇ ਸੀ। ਸੋ ਸਾਡਾ ਇੱਕ ਹਿਸਾਬ ਦਾ ਵਰਡ ਆਫ ਮਾਊਥ ਸੀ, ਕਿਉਂਕਿ ਸਾਇੰਸੀ ਵੀ ਜੋ ਇਸ ਅੰਦੋਲਨ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਪਤਾ ਇਹਨਾਂ ਨੂੰ ਹੋਰ ਕਿਸੇ ਚੀਜ਼ ਤੋਂ ਨਹੀਂ ਹਰਾ ਸਕਦੇ, ਪਰ ਇੱਕ ਇਹ ਕਾਰਡ ਆ, ਵਰਬਲ ਕਾਰਡ ਆ, ਜਿਹੜਾ ਉਹਨੇ ਸਦਾ ਹੀ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਹ ਫੇਲ ਹੋਏ। ਆਈ ਫੀਲ ਲਾਈਕ ਸਾਡੇ ਨਾਲ ਵੀ ਖੇਡਣ ਦੀ ਕੋਸ਼ਿਸ਼ ਹੋਈ ਸੀ, ਬਹੁਤ ਪੱਧਰ ਤੇ ਫੇਲ ਹੋ ਗਿਆ। ਮੈਨੂੰ ਉਦੋਂ ਬੜਾ ਡਰ ਸੀ ਯਾਰ, ਕਿਸੇ ਵੀ ਮਿਹਨਤ ਕਰਦੇ ਆ ਉਹ ਤਾਂ ਵੀ ਸਾਡੇ ਤੇ ਇੱਦਾਂ ਦੇ ਰੋਪ ਲੱਗੇ ਆ ਕਿ ਇਹ ਨਾ ਹੋਵੇ ਕਿ ਭੈਣਾਂ ਇਹ ਧੋਣਾ ਬੰਦ ਕਰ ਦੇਣ, ਪਰ ਲੱਕਲੀ ਡਿਡਨਟ ਹੈਪਨ। ਸਗੋਂ ਹੋਰ ਜ਼ਿਆਦਾ ਹੈ। ਸ਼ੁਰੂ ਤੋਂ ਮੈਂ ਦੱਸਦਾ, ਜਦੋਂ ਦਾ ਇਹ ਧਰਨਾ ਸ਼ੁਰੂ ਹੋਇਆ ਨਾ, ਮੈਂ ਅੱਗੇ ਵੀ ਇੱਥੇ ਪੋਸਟ ਵੀ ਪਾਈ ਹੈ ਕਿ ਕੁੜੀਆਂ ਡਾਕਟਰ ਇੱਥੇ ਜ਼ਿਆਦਾ ਆਈਆਂ, ਪਤਾ ਨਹੀਂ ਕਿਉਂ। ਜਦ ਪੰਜਾਬ 'ਚ ਕੁੜੀਆਂ ਡਾਕਟਰ ਹੁੰਦੀਆਂ ਜ਼ਿਆਦਾ, ਹਰਿਆਣੇ ਪੰਜਾਬ 'ਚ ਜਾਂ ਇਹਦਾ ਜਜ਼ਬਾ ਜ਼ਿਆਦਾ। ਮੈਂ ਮੁੰਡਿਆਂ ਨੂੰ ਥੱਲੇ ਨਹੀਂ ਕਰਦਾ, ਆਪਣੇ ਆਪ ਨੂੰ ਥੱਲੇ ਨਹੀਂ ਕਰਦਾ, ਬਟ ਆਈ ਐਮ ਸੋ ਲੱਕੀ ਕਿ ਬਾਕੀ ਵੋਲੰਟੀਅਰਸ ਭਾਵੇਂ ਮੇਰੇ ਮੁੰਡੇ ਜ਼ਿਆਦਾ ਰਹੇ ਆ, ਔਰ ਵੈਨ ਇਟ ਕਮਸ ਟੂ ਮੈਡੀਕਲ ਕੁੜੀਆਂ ਨੇ ਸਦਾ ਜ਼ਿਆਦਾ ਇੱਥੇ ਵੱਡਾ ਰੋਲ ਪਲੇ ਕੀਤਾ। ਜੇ ਗੱਲ ਕਰਕੇ ਕੁੜੀਆਂ ਦੀ, ਤਾਂ ਇਹ ਜਿਹੜੇ ਇਹਨਾਂ ਨੂੰ ਮੈਂ ਅਕਸਰ ਹੀ ਦੇਖਦਾ ਰਿਹਾ। ਮੈਨੂੰ ਲੱਗਦਾ ਜਿਹੜਾ ਜਦੋਂ ਆਪਣਾ ਸੰਸਦ ਲੱਗੀ ਉਦੋਂ ਵੀ ਕੁੜੀ ਇੱਥੇ ਜਾਂਦੀ ਰਹੀ ਹੈ, ਤੇ ਖਾਸ ਕਰਕੇ ਇੰਨੀ ਜਿਹੜੀ ਟੈਂਸ ਸਿਚੁਏਸ਼ਨ ਹੁੰਦੀ ਹੈ ਹਨਾ, ਹਰ ਇੱਕ ਚੀਜ਼ ਦਾ ਤੁਸੀਂ ਕਾਫੀ ਪਹਿਲਾਂ ਵੀ ਇੰਟਰਵਿਊ ਦਿੱਤੀਆਂ। ਕੀ ਕਹਿਣਾ ਚਾਹੋਗੇ ਜੇ ਆਪਾਂ ਕਹੀਏ ਜਿਹੜਾ ਕਿਤੇ ਨਹੀਂ ਕਿਹਾ ਜਾ ਸਕਦਾ, ਇਹਦੇ ਵਿੱਚੋਂ ਕੀ ਜਿਹੜਾ ਹੈਗਾ ਤੁਹਾਡਾ ਆਪਦਾ ਐਕਸਪੀਰੀਅੰਸ ਸਾਰੇ ਦਾ ਸਾਰਾ? ਮੈਂ ਤਾਂ ਇਹੀ ਕਹੂੰਗੀ ਕਿ ਜਦੋਂ ਫਸਟ ਟਾਈਮ ਮੈਂ ਆਈ ਸੀ, ਪਹਿਲੀ ਵਾਰ ਜਦੋਂ ਆਏ, ਉਦੋਂ ਪਹਿਲਾਂ ਸਰ ਦੀ ਕਾਲ ਗਈ ਸੀ ਸਭ ਨੂੰ, ਸਾਰੇ ਇੰਟਰਨਸ ਨੂੰ ਜਾਂ ਜਿਨ੍ਹਾਂ ਨੇ MBBS ਕਰ ਲਿਆ, ਕਿ ਇੱਕ ਕਾਲ ਕਿ ਇੱਥੇ ਡਾਕਟਰਸ ਮਤਲਬ ਬੁਲਾ ਰਹੇ ਆ। ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਦੇਖ ਕੇ, ਕਿਉਂਕਿ ਪਿਛਲੇ ਸਾਲ ਤੋਂ ਹੀ ਮੈਂ ਜਾਣਾ ਚਾਹੁੰਦੀ ਸੀ ਫਾਰਮਰਸ ਪ੍ਰੋਟੈਸਟ ਤੇ ਮੈਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ, ਤੇ ਇੱਕ ਮੌਕਾ ਇਹ ਮੇਰੇ ਕੋਲ ਖੁਦ ਚੱਲ ਕੇ ਆਇਆ ਸੀ। ਤਾਂ ਮੈਂ ਜਦੋਂ ਪਹਿਲੀ ਵਾਰ ਆਈ ਸੀ, ਕਹਿ ਸਕਦੇ ਹਾਂ ਕਿ ਸ਼ਾਇਦ ਮਤਲਬ ਪੇਰੈਂਟਸ ਨੂੰ ਮੇਰੇ ਤੇ ਵਿਸ਼ਵਾਸ ਸੀ ਤੇ ਮੈਨੂੰ ਖੁਦ ਤੇ ਵਿਸ਼ਵਾਸ ਸੀ, ਇਸ ਕਰਕੇ ਆਈ। ਬਟ ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਜਿੰਨੀ ਵਾਰ ਵੀ ਮੈਂ ਆਈ, ਉਸ ਤੋਂ ਬਾਅਦ ਮੈਂ ਤਾਂ ਆਈ ਕਿਉਂਕਿ ਮੈਨੂੰ ਇੱਥੋਂ ਦੇ ਲੋਕਾਂ ਤੇ ਵਿਸ਼ਵਾਸ ਸੀ ਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਸੱਚੇ ਨੇ, ਰੱਬ ਦੇ ਬੰਦੇ ਰਹਿੰਦੇ ਆ ਇੱਥੇ, ਤੇ ਜਿਹਨਾਂ ਦੀ ਵਜ੍ਹਾ ਨਾਲ ਬਾਰ-ਬਾਰ ਮੈਨੂੰ ਖਿੱਚ ਮਹਿਸੂਸ ਹੁੰਦੀ ਆ, ਤੇ ਮੈਂ ਖੁਦ ਨੂੰ ਰੋਕ ਹੀ ਨਹੀਂ ਪਾਉਂਦੀ ਸੀ ਇੱਥੋਂ ਆਉਣ ਤੋਂ। ਜਦੋਂ ਵੀ ਮੈਂ ਇੱਥੇ ਹਫਤਾ ਲਾਉਂਦੀ ਆ, ਜਿੰਨਾ ਟਾਈਮ ਵੀ ਲਾਉਂਦੀ ਸੀ, ਵਾਪਸ ਜਾ ਕੇ ਮੈਨੂੰ ਇਹੀ ਹੁੰਦਾ ਸੀ ਕਿ ਡਿਊਟੀਜ਼ ਕਿਵੇਂ ਐਡਜਸਟ ਕਰਾਂ ਤਾਂ ਕਿ ਇੱਥੇ ਵਾਪਸ ਮੈਨੂੰ ਆਉਣ ਦਾ ਮੌਕਾ ਮਿਲ ਸਕੇ। ਤਾਂ ਮਤਲਬ ਇੱਥੋਂ ਦਾ ਮਾਹੌਲ ਇੱਦਾਂ ਦਾ ਸੀ ਕਿ ਮੈਨੂੰ ਕਦੇ ਨਹੀਂ ਲੱਗਿਆ ਆਪਣੀ ਪਰਸਨਲ ਜ਼ਿੰਦਗੀ 'ਚ ਕਿ ਕਦੇ ਵੀ ਮੈਨੂੰ ਮੇਰੇ ਪਰਿਵਾਰ ਤੋਂ ਇਲਾਵਾ ਕਦੇ ਬਾਹਰ ਪਰਿਵਾਰ ਮਿਲ ਸਕਦਾ ਹੈ, ਮਹਿਸੂਸ ਹੋ ਸਕਦਾ ਹੈ ਕਿ ਕੋਈ ਇੰਨਾ ਜ਼ਿਆਦਾ ਮਤਲਬ ਖਿਆਲ ਰੱਖਣ ਵਾਲੇ ਲੋਕ ਹੋ ਸਕਦੇ ਆ। ਪਰ ਉਹ ਇੱਥੇ ਆ ਕੇ ਮੈਨੂੰ ਮਹਿਸੂਸ ਹੋਇਆ, ਤੇ ਮਤਲਬ ਬਹੁਤ ਜ਼ਿਆਦਾ ਵੱਡੀ ਗੱਲ ਹੈ। ਹਰ ਟਾਈਮ ਸਾਰੇ ਪੁੱਛਦੇ ਰਹਿੰਦੇ ਆ, ਖਾਣਾ ਖਾ ਲਿਆ, ਕਿੱਦਾਂ ਹੋ, ਠੀਕ ਹੋ, ਕਿਵੇਂ ਚੱਲ ਰਿਹਾ ਸਭ। ਤਾਂ ਮਤਲਬ ਮੈਂ ਐਕਚੁਅਲੀ ਬਹੁਤ ਇਮੋਸ਼ਨਲ ਹੋ ਜਾਂਦੀ ਹਾਂ ਇਹਨਾਂ ਸਭ ਬਾਰੇ ਗੱਲਾਂ ਕਰਦੇ ਕਰਦੇ। ਤੇ ਜਦੋਂ ਵੀ ਮੈਨੂੰ ਪਤਾ ਵੀ ਚੱਲਿਆ ਸੀ ਕਿ ਪ੍ਰੋਟੈਸਟ ਖਤਮ ਹੋ ਰਿਹਾ, ਉਦੋਂ ਵੀ ਮੈਂ ਇੱਕਦਮ ਬਹੁਤ ਮਤਲਬ ਸਟਨ ਹੋ ਗਈ ਸੀ ਕਿ ਫਿਰ ਮਤਲਬ ਵਧੀਆ ਚਲੋ ਖਤਮ ਹੈ, ਪਰ ਇਮੋਸ਼ਨਲ ਵੀ ਸੀ ਕਿ ਬਾਅਦ ਦੇ ਵਿੱਚ ਕਿਤੇ ਜਿਹੜਾ ਹੈਗਾ ਇਹਨੇ ਲੋਕ ਇਕੱਠੇ ਨਹੀਂ ਮਿਲਣੇ। ਸੋ ਇਹ ਵੀ ਹੈਗਾ। ਸੋ ਪਰ ਇਹਦੇ ਵਿੱਚ ਲਗਾਤਾਰ ਜੋ ਮੈਂ ਡਾਕਟਰ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ, ਜਦੋਂ ਇਹੋ ਜਿਹੀਆਂ ਖਬਰਾਂ ਫੈਲਦੀਆਂ ਕਿ ਬੰਗਾਲ ਦੀ ਕੁੜੀ ਨਾਲ ਇੱਥੇ ਜਿਹੜਾ ਹੈਗਾ ਰੇਪ ਹੋ ਜਾਂਦਾ ਹੈ, ਕਿਹਾ ਜਾਂਦਾ ਹੈ, ਉਹ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਤਾਂ ਕਿ ਸਿੰਘੂ ਬਾਰਡਰ ਦੇ ਉੱਪਰ ਵੀ ਇਹੋ ਜਿਹਾ ਇਲਜ਼ਾਮ ਲੱਗਦੇ ਆ, ਟਵਿੱਟਰ ਦੇ ਉੱਤੇ ਇਲਜ਼ਾਮ ਲੱਗਦੇ ਆ, ਫਿਰ ਜਿਹੜਾ ਹੈਗਾ ਕੌਨਫੀਡੈਂਸ ਕਿਸੇ ਨੇ ਰੋਕਿਆ ਨਹੀਂ ਇੱਥੇ ਜਾਣ ਤੋਂ, ਕਿਸੇ ਨੇ ਇੱਕ ਦਿਨ ਤਾਂ ਕਿਹਾ ਹੀ ਹੋਣਾ ਵੀ ਯਾਰ ਨਾ ਜਾ ਕੇ ਆਪਾਂ। ਹਾਂਜੀ ਬਿਲਕੁਲ, ਜਿਵੇਂ ਇੱਥੇ ਸਾਰਿਆਂ ਨੇ ਕਿਹਾ ਕਿ ਜਦੋਂ ਪਹਿਲੀ ਵਾਰੀ ਇੱਥੇ ਆਏ ਆ ਸਾਰੇ, ਤਾਂ ਸਭ ਦੇ ਮਨ 'ਚ ਕਿਤੇ ਨਾ ਕਿਤੇ ਇੱਕ ਡਰ ਸੀਗਾ ਕਿ ਪਤਾ ਨਹੀਂ ਉੱਥੇ ਜਾ ਕੇ ਕਿਵੇਂ ਸਾਨੂੰ ਕੰਫਰਟ ਮਿਲੂਗਾ, ਕਿ ਸਾਨੂੰ ਸਾਥ ਮਿਲੂਗਾ ਕਿ ਨਹੀਂ, ਸਾਨੂੰ ਪ੍ਰੋਬਲਮਸ ਕਿੰਨੀਆਂ ਆਉਣਗੀਆਂ। ਅਤੇ ਉੱਦਾਂ ਹੀ ਕਿਤੇ ਥੋੜ੍ਹਾ ਬਹੁਤ ਡਰ ਬਿਲਕੁਲ ਸੀਗਾ ਮਨ 'ਚ, ਅਤੇ ਨਾਲ ਦੇ ਬਿਲਕੁਲ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਹਜੇ ਵੀ ਲੋਕਾਂ ਨੂੰ ਐਜੂਕੇਟ ਹੀ ਕਰ ਰਹੇ ਹਾਂ ਕਿ ਜੋ ਅਸੀਂ ਇੱਥੇ ਕਰ ਰਹੇ ਹਾਂ ਸਰਕਾਰਾਂ ਦੇ ਅਗੇਂਸਟ, ਜਾਂ ਜੋ ਵੀ ਇਹ ਸਰਕਾਰਾਂ ਬਿੱਲ ਪਾਸ ਕਰ ਰਹੀਆਂ ਉਹ ਠੀਕ ਨਹੀਂ ਹੈ। ਅਤੇ ਉੱਦਾਂ ਹੀ ਜਿੱਦਾਂ ਸਪੋਰਟ ਕਰ ਰਹੇ ਇਸ ਚੀਜ਼ ਨੂੰ ਬਹੁਤ ਲੋਕ, ਉੱਦਾਂ ਹੀ ਬਹੁਤ ਸਾਰੇ ਲੋਕ ਇਸ ਚੀਜ਼ ਦੇ ਅਗੇਂਸਟ ਵੀ ਹੈ। ਅਤੇ ਉਹ ਲੋਕ ਹੁੰਦੇ ਆ ਜਿਹੜੇ ਵਾਰੀ ਇੰਟਰੈਕਟਲੀ ਤੁਹਾਨੂੰ ਆ ਕੇ ਦੱਸਦੇ ਆ ਕਿ ਉੱਥੇ ਨਾ ਜਾਓ, ਉੱਥੇ ਮਾਹੌਲ ਠੀਕ ਨਹੀਂ। ਤਾਂ ਬਿਲਕੁਲ ਦੋਨੋਂ ਟਾਈਪ ਦੇ ਵਿਊਜ਼ ਦੇਖਣ ਨੂੰ ਮਿਲੇ ਜਦੋਂ ਇੱਥੇ ਆਉਣ ਬਾਰੇ ਪਹਿਲੀ ਵਾਰੀ ਸੋਚਿਆ। ਅਤੇ ਪਰ ਮੇਰਾ ਆਪਣਾ ਪਰਸਨਲ ਬਿਲੀਫ ਸੀਗਾ ਕਿ ਜੋ ਵੀ ਇਸ ਧਰਨੇ 'ਤੇ ਹੋ ਰਿਹਾ ਅਤੇ ਜੋ ਵੀ ਇਸ ਧਰਨੇ ਦਾ ਮਕਸਦ ਹੈ ਉਹ ਬਹੁਤ ਸਹੀ ਹੈ, ਅਤੇ ਮੈਂ ਕਿਸੇ ਵੀ ਤਰੀਕੇ ਨਾਲ ਇਸ ਧਰਨੇ ਦਾ ਇੱਕ ਪਾਰਟ ਬਣਨਾ ਚਾਹੁੰਦੀ ਸੀ।
ਤੇ ਜਦੋਂ ਮੈਨੂੰ when I found a way ਕਿ ਮੈਂ ਸਰ ਨਾਲ ਜੁੜ ਸਕਦੀ ਹਾਂ ਤੇ ਸਭ ਇਸ ਤਰੀਕੇ ਨਾਲ ਮੈਂ ਸਰਵ ਕਰ ਸਕਦੀ ਹਾਂ ਤੇ ਮੈਂ ਜ਼ਿਆਦਾ ਥਾਟ ਨਹੀਂ ਦਿੱਤਾ ਤੇ ਨਾਲ ਦੀ ਨਾਲ ਖੇਡ ਹੈ ਤੇ ਵਿਮਨ ਆਈ ਥਿੰਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੰਨੀਆਂ ਨਿਊਜ਼ਸ ਆਪਾਂ ਨੂੰ ਸੁਣਨ ਨੂੰ ਮਿਲੀਆਂ ਕਿ ਸਿੰਗਲ ਬਾਰਡਰ ਤੇ ਵੀ ਕੁਛ ਹੋਇਆ ਮੈਨੂੰ ਇਹ ਲੱਗਦਾ ਕਿ ਮੈਂ ਉਹਨਾਂ ਨਿਊਜ਼ਸ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਜੋ ਮੈਂ ਆਪਣੀ ਅੱਖੀਂ ਦੇਖਿਆ ਉਹ ਤੁਹਾਨੂੰ ਦੱਸਣਾ ਚਾਹੂੰਗੀ ਕਿ ਇੱਥੇ ਫੀਮੇਲਸ ਦਾ ਚਾਹੇ ਬੀਇੰਗ ਲੀਡਰਸ ਦੇ ਤਰੀਕੇ ਨਾਲ ਉਹ ਬਾਹਰ ਆਈਆਂ ਹੈ ਨਾ ਤੇ ਚਾਹੇ ਉਹਨਾਂ ਦਾ ਸਟੇਜ ਤੇ ਜਾ ਕੇ ਬੋਲਣਾ ਸਟੇਜ ਤੇ ਜਾ ਕੇ ਕੁਝ ਗਾ ਕੇ ਜਾਂ ਦੇ ਆਰ ਸਿੰਗਿੰਗ ਪੋਇਮਸ ਅਬਾਊਟ ਦ ਪ੍ਰੋਟੈਸਟ ਤੇ ਖਾਣਾ ਬਣਾਉਣ 'ਚ ਜਾਂ ਲੀਡਰਸ਼ਿਪ ਦਿਖਾਉਣ 'ਚ ਜਾਂ ਇਨਫੈਕਟ ਕੁਝ ਇਹ ਸਭ ਚੀਜ਼ਾਂ ਨਾ ਕਰਕੇ ਵੀ ਸਿਰਫ ਇੱਥੇ ਆ ਕੇ ਪ੍ਰੈਜ਼ੈਂਸ ਦਿਖਾਉਣ 'ਚ ਵੀ ਇੱਕ ਐਡਾ ਵੱਡਾ ਰੋਲ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਵਿਮਨ ਐਮਪਾਵਰਮੈਂਟ ਦਾ ਤੇ ਯੂਨਿਟੀ ਦਾ ਬਹੁਤ ਵੱਡਾ ਐਗਜ਼ਾਮਪਲ ਹੈ ਜਿਹੜਾ ਇੱਥੇ ਸੈੱਟ ਹੋਇਆ ਹੈ ਤੇ ਆਪਣੀ ਪੂਰੀ ਕੰਟਰੀ ਲਈ ਇੱਕ ਬਹੁਤ ਪੋਜ਼ਿਟਿਵ ਚੀਜ਼ ਹੈ ਜੋ ਸਾਰੀ ਦੁਨੀਆ ਦੇਖੇਗੀ ਤੇ ਜਦੋਂ ਇੱਥੇ ਟੀਮ ਦੀ ਮੈਂ ਗੱਲ ਕਰਾਂ ਕਿ ਮੈਂ ਇੱਥੇ ਆਉਂਦੀ ਰਹੀ ਹਾਂ ਛੋਟੀਆਂ ਗੱਲਾਂ ਹੁੰਦੀਆਂ ਜਿੱਦਾਂ ਜਿਹੜੀਆਂ ਤੁਹਾਨੂੰ ਬਹੁਤ ਹੋਮਲੀ ਫੀਲ ਕਰਾਉਂਦੀਆਂ ਤੁਸੀਂ ਵਾਸ਼ਰੂਮ ਜਾਣਾ ਹੈ ਤਾਂ ਸਾਰੀ ਟੀਮ ਨੇ ਧਿਆਨ ਰੱਖਣਾ ਕਿ ਸਾਡੇ ਲਈ ਵਾਸ਼ਰੂਮ ਕਲੀਨ ਨੇ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਏ ਸਭ ਤੋਂ ਪਹਿਲਾਂ ਇਸ ਚੀਜ਼ ਤੇ ਧਿਆਨ ਦਿੰਦੇ ਆ ਕਿ ਕੁੜੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਵਾਸ਼ਰੂਮਸ ਹੋ ਗਏ ਜਿੱਥੇ ਅਸੀਂ ਸੌਣਾ ਹੈ ਸਾਡੇ ਛੋਟੀਆਂ ਜਿੱਦਾਂ ਰਿਕੁਆਇਰਮੈਂਟਸ ਨੇ ਤੇ ਇਹ ਛੋਟੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਜੁੜ ਕੇ ਬਹੁਤ ਵੱਡਾ ਇੱਕ ਆਪਾਂ ਮੈਸੇਜ ਦੇ ਸਕਦੇ ਹਾਂ ਲੋਕਾਂ ਨੂੰ ਕਿ ਇੱਦਾਂ ਦਾ ਕੁਝ ਨਹੀਂ ਹੈ ਕਿ ਜਿੱਦਾਂ ਦੀ ਨਿਊਜ਼ਸ ਆਪਾਂ ਸੁਣ ਰਹੇ ਹਾਂ ਇੱਥੇ ਮਾਹੌਲ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਤੇ ਸਭ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਤੇ ਕੁੜੀਆਂ ਨੂੰ ਹਮੇਸ਼ਾ ਮਤਲਬ ਸਾਨੂੰ ਕੁਝ ਵੀ ਜਦੋਂ ਅਸੀਂ ਕਰਨਾ ਚਾਹੁੰਦੇ ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਪਹਿਲਾ ਮੌਕਾ ਦਿੰਦੇ ਆ ਕਦੇ ਇਹ ਨਹੀਂ ਹੋਇਆ ਵੀ ਘਰਦੇ ਨੇ ਕਿਹਾ ਹੋਵੇ ਜਾਂ ਕਿਉਂਕਿ ਐਮਬੀਬੀਐਸ ਦੀ ਪੜ੍ਹਾਈ ਹੈ ਨਾ ਸਾਰਿਆਂ ਨੂੰ ਲਗਭਗ ਕਾਮਨ ਸਵਾਲ ਤਾਂ ਤੇ ਵੀ ਕਈ ਵਾਰੀ ਕੋਈ ਹੋ ਸਕਦਾ ਅਨਸਰਟਨਟੀ ਕਦੇ ਕੇਸ ਪੈ ਜੇ ਕਿਉਂਕਿ ਸਰਕਾਰ ਦੇ ਉਲਟ ਜਾਂਦੇ ਹੋ ਡਰ ਨਹੀਂ ਮੈਨੂੰ ਲੱਗਦਾ ਜੇ ਆਪਾਂ ਨੂੰ ਆਪਣੇ ਰਾਈਟਸ ਬਾਰੇ ਚੰਗੀ ਤਰ੍ਹਾਂ ਨੌਲੇਜ ਹੈ ਤੇ ਸਾਨੂੰ ਪਤਾ ਹੈ ਕਿ ਅਸੀਂ ਕਿਸ ਰਾਹ ਤੇ ਜਾ ਰਹੇ ਹਾਂ ਜਿਸ ਰਾਹ ਤੇ ਜਾ ਰਹੇ ਹਾਂ ਉਹਦਾ ਜਿਹੜਾ ਮੇਨ ਮੋਟਿਵ ਹੈ ਉਹ ਠੀਕ ਹੈ ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਚੀਜ਼ਾਂ ਲਈ ਕੁਝ ਡਰਨ ਦੀ ਲੋੜ ਹੈ ਕਿ ਅਸੀਂ ਸਾਰੇ ਐਜੂਕੇਟਡ ਹਾਂ ਜਿਹੜੇ ਇੱਥੇ ਬੈਠੇ ਹਾਂ ਸਾਨੂੰ ਪਤਾ ਸਾਡੇ ਰਾਈਟਸ ਕੀ ਹੈ ਸਾਡੇ ਅਗੇਂਸਟ ਕੋਈ ਗਲਤ ਇਲਜ਼ਾਮ ਲਗਾਊਗਾ ਤਾਂ ਸਾਨੂੰ ਪਤਾ ਅਸੀਂ ਸਟੈਂਡ ਕਿੱਦਾਂ ਲੈਣਾ ਤਾਂ ਮੈਨੂੰ ਲੱਗਦਾ ਕੋਈ ਬਹੁਤੇ ਡਰ ਦੀ ਗੱਲ ਨਹੀਂ ਹੈ ਸੋ ਇੱਧਰਲੇ ਪਾਸੇ ਡਾਕਟਰ ਸਾਹਿਬ ਜਿਹੜਾ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆਪਾਂ ਕਹਿੰਦੇ ਹਨਾ ਜਿਸ ਤਰ੍ਹਾਂ ਦੇ ਇਹਨਾਂ ਦੇ ਪੁਆਇੰਟ ਆਫ ਵਿਊ ਆਏ ਆ ਹਰ ਇੱਕ ਚੀਜ਼ ਦੇ ਉਹ ਤੋਂ ਬਿਨਾਂ ਹੁਣ ਕਿਉਂਕਿ ਜਿਹੜਾ ਇੱਕ ਆਪਾਂ ਐਪੀਸੋਡ ਕਰ ਰਹੇ ਇਸ ਵਾਸਤੇ ਵੀ ਕਾਰਨ ਹੈ ਵੀ ਕਿਉਂਕਿ ਕੱਲ ਨੂੰ ਵੀ ਹੋ ਸਕਦਾ ਧਰਨਾ ਲਾਉਣਾ ਪੈ ਸਕਦਾ ਹਜੇ ਤਾਂ ਮੁੱਕਿਆ ਨਹੀਂਗਾ ਕਿਉਂਕਿ ਹਜੇ ਇੱਕ ਹੋਪ ਆਸ ਜਾਗੀ ਹੈ ਕਿਉਂਕਿ ਪ੍ਰਾਈਮ ਮਿਨਿਸਟਰ ਕਦੇ ਏਡਾ ਤਾਂ ਗਲਤ ਬੋਲ ਨਹੀਂ ਸਕਦੇ ਡਿਸੀਜਨ ਲੈ ਨਹੀਂ ਸਕਦੇ ਕਿ ਕਹਿ ਕੇ ਮੁੱਕਰ ਜਾਣ ਤੇ ਬਟ ਇਨ ਫਿਊਚਰ ਜੇਕਰ ਆਪਾਂ ਨੂੰ ਕਦੇ ਲੋੜ ਪੈਂਦੀ ਹੈ ਚਾਹੇ ਏਡਾ ਵੱਡੀ ਮਾਸ ਮੂਵਮੈਂਟ ਨਾ ਵੀ ਕੋਈ ਛੋਟਾ ਵੀ ਹੋਵੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਪ੍ਰਮੋਟ ਕਰਨ ਵਾਸਤੇ ਹੈਨਾ ਤੇ ਹੁਣ ਕਿਸ ਤਰ੍ਹਾਂ ਜਿਹੜਾ ਹੈਗਾ ਕਿਉਂਕਿ ਐਜੂਕੇਸ਼ਨ ਪੰਜਾਬ ਦੇ ਲਗਭਗ ਆਪਾਂ ਕਿ ਪਲੱਸ 2 ਤੋਂ ਬਾਅਦ ਮਾਈਗ੍ਰੇਟ ਹੋ ਕੇ ਤੁਹਾਡੇ ਵਾਲੇ ਪਾਸੇ ਜਾ ਵੜੇ ਨਾ ਜੋ ਵੀ ਹੈ ਤੇ ਇੱਥੇ ਆ ਕੇ ਕਿਸੇ ਇਹਨਾਂ ਤੋਂ ਐਕਸਪੀਰੀਅੰਸ ਤੋਂ ਕਿਸੇ ਨੇ ਹੋਰ ਵੀ ਮੰਨ ਲਓ ਇੱਕ ਤਾਂ ਇਹ ਡਿਗਰੀ ਵਾਲੇ ਡਾਕਟਰ ਆ ਕਿ ਹੋਰ ਵੀ ਨਾਲ ਇਹਨਾਂ ਦੇ ਕੋਈ ਲੇਡੀਜ਼ ਤਿਆਰ ਹੋ ਗਈਆਂ ਆਪਾਂ ਕਿ ਅਸਿਸਟੈਂਟ ਦੇ ਤੌਰ ਤੇ ਹਾਂਜੀ ਇੱਥੇ ਬਹੁਤ ਮਲਟੀ ਪਰਪਸ ਵਰਕਰਸ ਦੇ ਵੀ ਕੰਮ ਕੀਤਾ ਫਾਰਮਾਸਿਸਟ ਵੀ ਆਈ ਆ ਅਲੱਗ-ਅਲੱਗ ਲੈਵਲ ਤੇ ਕੁੜੀਆਂ ਆਈ ਆ ਉਹਨਾਂ ਨੇ ਕੰਮ ਕੀਤਾ ਪਰ ਮੈਂ ਇੱਕ ਵੱਡੀ ਇਹਨਾਂ ਦੀ ਟੇਕਅਵੇ ਦੱਸਦਾ ਕਿ ਇਹ ਦੋ ਇਹਨਾਂ ਨੇ ਕਿਹਾ ਕਿ ਹਾਂ ਸਾਡਾ ਐਕਸਪੀਰੀਅੰਸ ਵਧੀਆ ਰਿਹਾ ਡਸਨਟ ਮੀਨ ਹਰ ਇੱਕ ਦਾ ਐਕਸਪੀਰੀਅੰਸ ਇੰਨਾ ਹੀ ਵਧੀਆ ਰਹੂਗਾ ਤੁਸੀਂ ਕਿਤੇ ਵੀ ਜਾਂਦੇ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਆਪ ਕਰਨੀ ਪੈਂਦੀ ਆ ਇਹ ਚੀਜ਼ ਆਈ ਥਿੰਕ ਤੁਸੀਂ ਅੱਜ ਜਾਂਦੇ ਹੋ ਕੱਲ ਤੁਹਾਡਾ ਜੇ ਨਾ ਹੋਵੇ ਕਿ ਤੁਸੀਂ ਸਾਡੀ ਵੀਡੀਓ ਵੇਖ ਕੇ ਕਹੋਗੇ ਨਹੀਂ ਤੁਸੀਂ ਕਿਤੇ ਵੀ ਜਾਓਗੇ ਤੁਸੀਂ ਸੇਫ ਹੋ ਆਈ ਥਿੰਕ ਜਿਹੜਾ ਇੰਡੀਆ ਦਾ ਹਾਲ ਹੈ ਓਵਰਆਲ ਆਈ ਥਿੰਕ ਇਹਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਹੈ ਜਿਹੜੀ ਗਰਲ ਇੰਪਾਵਰਮੈਂਟ ਦੀ ਗੱਲ ਕਰਦੇ ਆ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਆ ਵੂਮਨ ਪ੍ਰੋਟੈਕਸ਼ਨ ਰਾਈਟਸ ਦੀ ਗੱਲ ਕਰਦੇ ਆ ਤੇ ਬਹੁਤ ਲੈਕੀ ਆ ਪਰ ਫਿਰ ਵੀ ਇੱਕ ਵਧੀਆ ਸਟੈਪ ਸੀ ਜਿਹੜਾ ਇੱਥੇ ਹੀ ਕਰ ਪਾ ਰਹੇ ਆ ਪਰ ਫਿਰ ਵੀ ਮੈਂ ਕੁੜੀਆਂ ਨੂੰ ਕਹੂੰਗਾ ਤੁਸੀਂ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ ਦੀ ਕੋਸ਼ਿਸ਼ ਕਰੋ ਬਟ ਅਗੇਨ ਯੂਰ ਸੇਫਟੀ ਇਜ਼ ਇਨ ਯੂਰ ਹੈਂਡ ਫਰਸਟ ਔਰ ਕੰਪਲੇਨ ਕਰੋ ਡਰੋ ਨਾ ਜੇ ਤੁਹਾਨੂੰ ਲੱਗਦਾ ਕੁਝ ਗਲਤ ਹੋ ਗਿਆ ਆਲਵੇਜ਼ ਸਪੀਕ ਅਪ ਬਿਫੋਰ ਇਟਸ ਟੂ ਲੇਟ ਕਿਉਂਕਿ ਫਰਸਟ ਸਟੈਪ ਸਦਾ ਹੀ ਕੋਈ ਛੇੜਛਾੜ ਹੁੰਦੀ ਹੈ ਫਿਰ ਉਸ ਤੋਂ ਬਾਅਦ ਅਗਲੀ ਕੋਈ ਗੱਲ ਹੁੰਦੀ ਰਾਈਟ ਸੋ ਤੁਹਾਨੂੰ ਕੋ ਸਦਾ ਹੀ ਕੰਪਲੇਨ ਕਰਨਾ ਚਾਹੀਦਾ ਤੇ ਜੇ ਸਮਝੋ ਮੈਨੇਜਰ ਹੈ ਮੈਨੇਜਰ ਨੂੰ ਕਰੋ ਜੇ ਮੈਨੇਜਰ ਨਹੀਂ ਸੋਚਦਾ ਤਾਂ ਉੱਤੇ ਵੀ ਅੱਗੇ ਚੱਲ ਜਾਓ ਪੁਲਿਸ ਕੋ ਵੀ ਚੱਲ ਜਾਓ ਆਈ ਥਿੰਕ ਦੇयर इज अ प्रॉपर लाइन that you should follow you should never be scared appeared into like ਕਿ ਮੈਂ ਕੰਪਲੇਨ ਨਹੀਂ ਕਰ ਸਕਦੀ ਸੋ ਠੀਕ ਹੈ ਇਹਨਾਂ ਨੂੰ ਅਸੀਂ ਵਧੀਆ ਲੱਗੇ ਹੋਗੇ ਹੋ ਸਕਦਾ ਕੋਈ ਐਸਾ ਹੋਵੇ ਜਿਹਨੂੰ ਅਸੀਂ ਨਾ ਵਧੀਆ ਲੱਗੇ ਹੋਗੇ ਦੈਟਸ ਓਕੇ ਟੂ ਹਰ ਇੱਕ ਦਾ ਆਪਣਾ ਐਕਸਪੀਰੀਅੰਸ ਆ ਆਪਣਾ ਹੋਣਾ ਉਹਦਾ ਨਜ਼ਰੀਆ ਵਾ ਲਾਈਫ ਦਾ ਬੇਬੀ ਉਹ ਸਭ ਤੋਂ ਜ਼ਿਆਦਾ ਐਕਸਪੈਕਟ ਕਰਦੇ ਸੀ ਕਰ ਨਹੀਂ ਪਾਏ
but as women I think you have to fight to be ਇਹ ਜਿਹੀ ਥਾਵਾਂ ਤੇ ਹੋਣਾ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਰਾਈਟ ਪੂਰੇ ਉਹਨੇ ਮੰਗਦੇ ਹੋ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਵੀ ਤੁਹਾਡਾ ਹਿੱਸਾ ਹੋਣਾ ਹੀ ਜ਼ਰੂਰੀ ਆ, ਭਾਵੇਂ ਜੌਬਸ ਆ ਭਾਵੇਂ ਕਿਤੇ ਵੀ ਤੁਹਾਡੀ ਉੱਥੇ ਰੈਪਰੈਜ਼ੈਂਟੇਸ਼ਨ ਬਹੁਤ ਜ਼ਰੂਰੀ ਆ। ਸੋ ਆਈ ਥਿੰਕ ਜੋ ਇੱਥੇ ਹੋਇਆ ਇੱਕ ਮਿਸਾਲ ਸੀ ਆਉਣ ਵਾਲੇ ਤਾਂ ਜਾਂਦੇ ਆ, ਵੀ ਹੋਪ ਕਿ ਹੋਰ ਵੀ ਲੋਕ ਇੱਦਾਂ ਜਿਹੜੀ ਆ ਆਵਲਾ ਇਸ਼ੂ ਨੂੰ ਉਠਾਉਣ, ਕਿਉਂਕਿ ਵੈਸੇ ਅਸੀਂ ਦੱਸਦਾ ਬਹੁਤ ਹਾਰਡ ਸੀ ਮੇਰੇ ਲਈ। ਮੈਂ ਇਹਨਾਂ ਨੂੰ ਅਕਸਰ ਕਿਹਾ ਕੁੜੀਆਂ ਨੂੰ, ਬਾਈ ਮੁੰਡਿਆਂ ਨੂੰ ਵੀ ਕਹਿੰਦਾ ਹੁੰਦਾ ਯਾਰ ਮੇਰੇ ਲਈ ਬਹੁਤ ਹਾਰਡ ਆ, ਪਰ ਆਪਾਂ ਰੋਕ ਨਹੀਂ ਸਕਦੇ ਕਿ ਜੇ ਅਸੀਂ ਕੁੜੀਆਂ ਨੂੰ ਕਹੀਏ ਕਿ ਨਹੀਂ ਤੁਸੀਂ ਸਾਡੇ ਕੋਲ ਹੀ ਆਉਣਾ, ਕਿ ਅਸੀਂ ਇਹ ਬੰਦ ਕਰਤਾ ਕਿ ਸਾਡੇ ਤੇ ਕੋਈ ਕੱਲ ਰੋਪ ਲੱਗ ਸਕਦਾ, ਬਟ ਉਹਦਾ ਫਿਰ ਉਹ ਤੁਸੀਂ ਕਦੇ ਲੀਡਰ ਹੋ। ਸੋ ਆਈ ਥਿੰਕ ਵੀ ਟੁਕ ਅ ਰਿਸਕ, ਬਟ ਥੈਂਕਸ ਟੂ ਗॉड ਇਹਨਾਂ ਕੁੜੀਆਂ ਦੇ ਇਹਨਾਂ ਦੀ ਪਰਵਰਿਸ਼ ਤੇ ਕਿ ਅਸੀਂ ਆਪਣੇ ਗੋਲ ਦੇ ਵਿੱਚ ਕਾਮਯਾਬ ਹੋਏ। ਪਰ ਉਹਦਾ ਵੱਡਾ ਰੀਜ਼ਨ ਸੀ ਇਹ ਜਿੱਦਾਂ ਇਹ ਰਹਿੰਦੇ ਆ, ਜਿੱਦਾਂ ਇਹ ਆਪਣਾ ਟੇਕ ਕੇਅਰ ਕਰਦੇ ਆ। ਸੋ ਅਸੀਂ ਤੇ ਇਹਨਾਂ ਦੇ ਬਹੁਤ ਪ੍ਰਾਊਡ ਆ, ਇਹਨਾਂ ਦੇ ਪੇਰੈਂਟਸ ਤੇ ਬਹੁਤ ਪ੍ਰਾਊਡ ਆ, ਸਦਾ ਰਵਾਂਗੇ। ਤੇ ਇਹਦੇ ਨਾਲ ਜੇ ਆਪਾਂ ਗੱਲ ਕਰਕੇ ਡਾਕਟਰ ਸਾਹਿਬ ਨੇ ਆਪਣਾ ਐਕਸਪੀਰੀਅੰਸ ਤੇ ਬਾਕੀ ਵੀ ਗੱਲ ਜਿਹੜਾ ਹੈਗਾ ਸਭ ਕੁਝ ਬੰਦੇ ਦੇ ਆਪਣੇ ਹੱਥ ਹੁੰਦਾ, ਜੇਕਰ ਆਪ ਸਹੀ ਹੈ ਤਾਂ ਦੁਨੀਆ ਸਹੀ ਹੈ, ਜੇ ਆਪ ਇੱਦਾਂ ਕੁਝ ਹੋਊਗਾ ਤਾਂ ਆਬਵੀਅਸਲੀ ਦੇਖਦੇ ਨਾ। ਤੇ ਐਜ਼ ਅ ਸਪੈਕਟੇਟਰ ਮੰਨ ਲਓ ਤੁਸੀਂ ਦੇਖਦੇ ਹੋ, ਮੇਰੇ ਨਾਲ ਇੱਥੇ ਸੁਖਪ੍ਰੀਤ ਨੇ। ਸੁਖਪ੍ਰੀਤ ਤੁਸੀਂ ਮੰਨ ਲਓ ਕਿਉਂਕਿ ਬਾਹਰ ਬੈਠੇ ਵੀ ਇਹਨਾਂ ਨੂੰ ਦੇਖਦੇ ਵਾਚ ਕਰਦੇ ਹੋ, ਅੱਜ ਪਹੁੰਚੇ ਹੋ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਕਿਉਂਕਿ ਹੁਣ ਮੰਨ ਲਓ ਮੰਨ ਲਓ ਆਪਾਂ ਐਜ਼ ਅ ਗਰਲ So in America, we see videos and photos all the time. There has never once been a complaint, at least anything that we've heard about something like this happening over here. All of the feedback I received from my friends that have came here and then gone back there, they've all said it felt like home. And when they were here, everybody was super sweet, super nice. They felt like they came home. They were here helping out, never once had any issues going back home. I came here, as soon as I arrived, everybody began asking me if I'm hungry, if I need. They even asked if I want to go and take a shower, and then if I want to, they will make sure that everything is properly clean for me. It's just it's very, very hospitable, actually more than I was expecting, and I have no complaints at all. ਥੈਂਕ ਸੋ ਇੱਥੇ ਇਕੱਲਾ ਆਪਾਂ ਕਿ ਇਕੱਲੀਆਂ ਕੁੜੀਆਂ ਨੇ ਨਹੀਂ, ਨਾਲ ਜਿਹੜੇ ਹੈਗੇ ਆ ਸਾਡੇ ਜਿਹੜੇ ਹੈਗਾ ਮੁੰਡੇ ਆ, ਉਹਨਾਂ ਜਿਹੜੇ ਪੜ੍ਹੇ ਲਿਖੇ, ਉਹਨਾਂ ਨੇ ਜਿਹੜਾ ਹੈਗਾ ਬੜਾ ਯੋਗਦਾਨ ਦਾ। ਮੇਰੇ ਨਾਲ ਹਰਮਨ ਨੇ ਤੇ ਦੂਜਾ ਸੁਖਮਨਦੀਪ ਨੇ। ਕਿਸ ਤਰ੍ਹਾਂ ਦਾ ਰਿਹਾ ਸਾਰਾ ਡਿਫਿਕਲਟ ਸੀਗਾ ਜਾਂ ਕਿਉਂਕਿ ਇੱਕ ਗੱਲ ਆ ਵੀ ਆਪਣੇ ਪਹਿਲਾਂ ਪੜ੍ਹੇ ਹੈ ਨਾ, ਪਹਿਲਾਂ ਖਾਲ ਚਲਾਇਆ, ਬਾਪੂਆਂ ਨੇ ਮੁੰਡੇ ਪੜ੍ਹਾ ਕੇ ਜਿਹੜਾ ਹੈਗਾ ਡਾਕਟਰ ਬਣਾਏ, ਤੇ ਅੱਜ ਡਾਕਟਰ ਦੇ ਤੌਰ ਤੇ ਕਿਸਾਨਾਂ ਦੇ ਧਰਨੇ 'ਚ ਜਿਹੜਾ ਹੈਗਾ ਸੇਵਾ ਕਰਨ ਦਾ ਮੌਕਾ ਮਿਲਿਆ, ਕਿਵੇਂ ਲੱਗਿਆ? ਸ਼ੁਰੂਆਤ ਆਈ ਸੀ ਵੀ ਪਹਿਲਾਂ ਅਸੀਂ ਬਾਰਡਰ ਗਏ, ਸੇਵਾ ਕਰਕੇ ਆਏ, ਤੇ ਐਜ਼ ਅ ਡਾਕਟਰ ਮੈਨੂੰ ਪਲੇਟਫਾਰਮ ਚਾਹੀਦਾ ਸੀ ਸੇਵਾ ਕਰਨ ਦਾ। ਤੇ ਡਾਕਟਰ ਸਾਹਿਬ ਦੀ ਮੈਂ ਵੀਡੀਓ ਦੇਖੀ ਸੀ ਸਟੇਜ ਤੇ, ਉਹਨੇ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ, ਤੇ ਉਹ ਮੈਂ ਕਿੱਥੇ ਵੀਡੀਓ ਦੇਖੀ ਤੇ ਸਰ ਨੇ ਬੋਲਿਆ ਕਿ ਡਾਕਟਰ ਜ਼ਰੂਰ ਤੇ ਤੁਸੀਂ ਸੇਵਾ ਕਰਨ ਆ ਜਾਓ। ਤੇ ਮੈਂ ਕੰਟੈਕਟ ਕੀਤਾ, ਮੈਂ ਐਸਜੀਆਰਟੀ ਦਾ ਦੋਸਤ ਮੇਰਾ ਅਮਰਜੋਤ, ਉਹਨੂੰ ਦੱਸਿਆ ਵੀ ਆਪਾਂ ਸੇਵਾ ਕਰਨੀ ਹੈ ਤੇ ਆਪਾਂ ਜਾਵਾਂਗੇ। ਉਹਨੇ ਗੱਲ ਕੰਟੈਕਟ ਕੀਤਾ ਤੇ ਕਿਸੇ ਨੂੰ ਤੇ ਬਾਅਦ ਸੇਵਾ ਕਰਨਾ ਹੈ। ਤੇ ਪਹਿਲਾਂ ਫਸਟ ਆਫ ਆਲ ਆਪਾਂ ਇੱਕ ਵੀਕ ਕਰਨਾ ਸੀ ਤੇ ਆਪਾਂ ਕਰਕੇ ਗਏ। ਫਿਰ ਸਾਡਾ ਦਿਲ ਕੀਤਾ ਕਿ ਆਪਾਂ ਦੌਰਾ ਕਰਕੇ ਆਵਾਂਗੇ, ਬਸ ਐਵੇਂ ਮੈਂ ਕਰਦੇ ਸਾਡਾ ਬਾਰ-ਬਾਰ ਆਉਣ ਦਾ ਦਿਲ ਕਰਦਾ। ਤੋ ਜਿਹੜਾ ਹੈ ਤੱਕ ਜਿਹੜਾ ਹੈਗਾ ਲੱਗੇ ਹੋਏ ਤੇ ਆਪਾਂ ਲਾਸਟ ਦੇ ਵਿੱਚ ਇਹਨਾਂ ਤੋਂ ਕਮੈਂਟ ਲੈਣਾ, ਉਸ ਤੋਂ ਬਾਅਦ ਡਾਕਟਰ ਸਾਹਿਬ ਤੋਂ ਜਿਹੜਾ ਸਮਾਂ ਆਪਾਂ ਕਰਾਵਾਂਗੇ। ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸਾਰਾ ਐਕਸਪੀਰੀਅੰਸ ਰਿਹਾ ਇੱਥੇ ਕੰਮ ਕਰਨ ਦਾ, ਖਾਸ ਕਰਕੇ ਪੜ੍ਹ ਲਿਖ ਕੇ ਧਰਨੇ ਦੇ ਵਿੱਚ ਆਉਣਾ? ਕਿਉਂਕਿ ਲੋਕ ਪੜ੍ਹਾਉਂਦੇ ਆ ਅੱਜ ਕੱਲ੍ਹ ਦਾ, ਜੇ ਮੇਰੇ ਵਰਗਾ 12 ਕੁ ਪੜ੍ਹਦਾ, ਅਗਲਾ ਕਹਿੰਦਾ ਯਾਰ ਬਾਹਰ ਤੂੰ ਪੜ੍ਹਾਈ 'ਤੇ ਧਿਆਨ ਦਿਆ ਕਰ। ਕਦੇ ਘਰਦਿਆਂ ਨੇ ਕਿਹਾ ਵੀ ਤੂੰ ਪੜ੍ਹਨ ਵਾਸਤੇ ਭੇਜਿਆ ਤੈਨੂੰ, ਠੀਕ ਹੈ, ਇੰਨੇ ਪੈਸੇ ਲਾਏ ਆ, ਪੜ੍ਹਾਉਣ ਵਾਸਤੇ ਲਾਏ ਸੀਗੇ, ਧਰਨੇ ਲਾਉਣ ਵਾਸਤੇ। ਬੜੀ ਵੱਡੀ ਇਹ ਵੀ ਗੱਲ ਆ ਕਿ ਡਾਕਟਰੀ ਪੇਸ਼ਾ ਲੋਕਾਂ ਨੂੰ ਲੱਗਦਾ ਤੇ ਅਨਪੜ੍ਹ ਲੋਕ ਹੀ ਨਾ ਹੋਣ, ਤਾਂ ਤੁਸੀਂ ਵੇਖੋ ਇੱਥੋਂ ਕਿੰਨੇ ਲੋਕ ਡਾਕਟਰੀ, ਉਹਨਾਂ ਦੇ ਮੂੰਹ ਤੇ ਚਪੇੜ ਆ ਕਿ ਤੇ ਡਾਕਟਰ ਤੇਰੇ ਵਰਗੇ ਬਾਈ ਹੋਣੀ ਕਿੰਨੇ ਪੜ੍ਹੇ ਲਿਖੇ ਲੋਕ ਤੇ ਆਪਣੇ ਕਰੀਅਰ ਛੱਡ ਕੇ ਇੱਥੇ ਬੈਠੇ ਰਹੇ ਕਿੰਨੇ ਮਹੀਨੇ। ਨਹੀਂ ਬਿਲਕੁਲ। ਦੇਖੋ ਜੀ, ਜੇ ਮੈਂ ਕਹਾਂ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦਾ ਕਹਿਣਾ ਆ ਕਿ ਇੱਥੇ ਅਨਪੜ੍ਹ ਲੋਕ ਹੀ ਬੈਠੇ ਆ ਇੱਥੇ, ਜਾਂ ਫਿਰ ਕੁਛ ਕੀ ਡਾਕਟਰ ਆ, ਕੁਛ ਕੀ ਪੜ੍ਹੇ ਲਿਖੇ ਆ, ਤੇ ਮੈਂ ਕਹੂੰਗਾ ਕਿ ਤੁਹਾਡੀ ਇਹ ਗੱਲ ਬਿਲਕੁਲ ਗਲਤ ਆ। ਕਦੀ ਵੀ ਸੋਚ ਵੱਡੀ ਇਹ ਨਹੀਂ ਆ ਕਿ 12 ਪੜ੍ਹ ਕੇ 15 ਪੜ੍ਹ ਕੇ ਜਾਂ ਫਿਰ 18 ਪੜ੍ਹ ਕੇ ਆਉਂਦੀ ਆ। ਫਿਰ ਨਾ ਇੱਥੇ ਜਿੰਨੇ ਵੀ ਵੀਰ ਆ, ਜਿੰਨੀਆਂ ਵੀ ਭੈਣਾਂ ਆ, ਜਿੰਨੀਆਂ ਵੀ ਬੀਬੀਆਂ ਆ, ਜਿੰਨੇ ਵੀ ਬਾਪੂ ਆ, ਮੈਂ ਅੱਜ ਤੱਕ ਕਿਸੇ ਦੀ ਵੀ ਗੱਲ ਸੁਣ ਕੇ ਮੈਨੂੰ ਇਹੋ ਜਿਹਾ ਨਹੀਂ ਲੱਗਾ ਕਿ ਉਹਨਾਂ ਵਿੱਚ ਸੋਚ ਦੀ ਕੋਈ ਘਾਟ ਆ ਜਾਂ ਫਿਰ ਉਹਨਾਂ ਵਿੱਚ ਨੌਲੇਜ ਦੀ ਕੋਈ ਘਾਟ ਆ। ਮੈਂ ਖੁਦ ਇੱਕ ਡਾਕਟਰ ਆ, ਭਾਵੇਂ ਮੇਰੀ ਡਾਕਟਰੀ ਵਿੱਚ ਹੀ ਹੁਣ 6-7 ਸਾਲ ਦੀ ਪੜ੍ਹਾਈ ਲੰਘ ਗਈ ਆ, ਤੇ ਪਰ ਇਹ 3 ਕਾਲੇ ਕਾਨੂੰਨ ਜਿਹੜੇ ਕਿ ਇੰਨੇ ਜ਼ਿਆਦਾ ਕੰਪਲਿਕੇਟਡ ਆ, ਮੈਨੂੰ ਖੁਦ ਪੜ੍ਹ ਕੇ ਪਹਿਲੀ ਵਾਰੀ ਸਮਝ ਨਹੀਂ ਆਈ। ਇਹ ਮੈਨੂੰ ਕਿੰਨੇ ਸਮਝਾਏ? ਸਾਡੇ 80-90 ਸਾਲਾਂ ਦੇ
ਕਿਸਾਨਾਂ ਨੇ। ਜੇ ਮੈਂ ਕਹਾਂ ਮੈਂ ਜੋ ਮੈਂ ਕਿਤਾਬਾਂ ਵਿੱਚੋਂ ਪੜ੍ਹਿਆ ਉਹ ਅਲੱਗ ਗੱਲ ਆ, ਪਰ ਜੋ ਮੈਂ ਜ਼ਿੰਦਗੀ ਲਈ ਇੱਥੇ ਪੜ੍ਹਿਆ ਉਹ ਮੈਨੂੰ ਲੱਗਦਾ ਆ ਕਿ ਮੈਂ ਅਗਲੇ 20 ਸਾਲਾਂ ਦੇ ਵਿੱਚ ਵੀ ਕਿਤੇ ਨਹੀਂ ਸੀ ਪੜ੍ਹ ਸਕਦਾ। ਬਾਕੀ ਰਹੀ ਗੱਲ, ਜੇ ਆਪਾਂ ਦੇਖਦੇ ਹਾਂ ਕਿ ਇੱਥੇ ਬੀਬੀਆਂ ਦੇ ਆਉਣ ਵਾਲੀ ਗੱਲ ਆ, ਲੇਡੀ ਡਾਕਟਰਸ ਦੇ ਆਉਣ ਦੀ ਗੱਲ ਆ, ਜਾਂ ਫਿਰ ਵੈਸੇ ਵੀ ਜੇ ਆਪਾਂ ਕਹੀਏ ਉਸ ਤਰ੍ਹਾਂ ਵੀ ਕੋਈ ਲੜਕੀਆਂ ਆਉਂਦੀਆਂ ਵਾ, ਕੋਈ ਲੇਡੀਜ਼ ਆਉਂਦੀਆਂ ਵਾ, ਤੇ ਮੈਂ ਨਹੀਂ ਅੱਜ ਤੱਕ ਕਦੀ ਵੀ ਦੇਖਿਆ ਕਿ ਕਿਸੇ ਨੇ ਮੈਨੂੰ ਕੰਪਲੇਂਟ ਕੀਤੀ ਹੋਵੇ। ਹਜੇ ਕਿ ਅਸੀਂ ਲਿਟਰਲੀ ਬਹੁਤ ਜ਼ਿਆਦਾ ਹਸਪੀਟਲ ਹਾਂ ਸਾਰਿਆਂ ਲਈ। ਆਪਾਂ ਸਾਡੀ ਜਿਹੜੀ ਟੀਮ ਆ ਸਾਰੇ ਸ਼ੁਰੂ ਤੋਂ ਬਹੁਤ ਜ਼ਿਆਦਾ ਇਸ ਗੱਲ ਦਾ ਖਾਸ ਧਿਆਨ ਰੱਖਦੇ ਆ ਕਿ ਸਾਰੇ ਖੁਸ਼ ਰਹਿਣ, ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਸਗੋਂ ਅਸੀਂ ਦੂਰ ਦੂਰ ਟਿਕਰੀ ਬਾਰਡਰ ਜਿਹੜਾ ਧਰਨਾ ਆ ਮੇਰੇ ਹਿਸਾਬ ਨਾਲ ਸਾਰਿਆਂ ਬਾਰਡਰਾਂ ਨਾਲੋਂ ਸਭ ਤੋਂ ਵੱਡਾ ਹੈ। ਇੱਥੇ ਅਸੀਂ ਅੱਜ ਵੀ 25 ਕਿਲੋਮੀਟਰ ਅੱਗੇ ਜਾ ਕੇ ਬੀਬੀਆਂ ਦਾ ਦੇਖ ਕੇ ਆਏ ਆ ਕਿ ਕੀ ਹਾਲ ਆ। ਉੱਥੇ ਕੁਝ ਬੀਬੀਆਂ ਬਿਮਾਰ ਸੀ, ਵਿਚਾਰੀਆਂ ਨਹੀਂ ਸੀ ਆ ਸਕਦੀਆਂ ਏਡੀ ਦੂਰ ਸਾਡੇ ਕਲੀਨਿਕ ਵਿੱਚ। ਮੇਰੇ ਨਾਲ ਸਾਡੀ 6-7 ਜਣੇ ਸਾਡੇ ਲੇਡੀ ਡਾਕਟਰਸ ਨਾਲ ਗਏ ਸਾਡੇ। ਉੱਥੇ ਜਾ ਕੇ ਅਸੀਂ ਬੀਬੀਆਂ ਨੂੰ ਹਾਲ ਚਾਲ ਪੁੱਛ ਕੇ ਆਏ ਉਹਨਾਂ ਦਾ। ਘੱਟੋ ਘੱਟ ਅਸੀਂ 50 ਤੋਂ 60 ਬੀਬੀਆਂ ਦੇਖ ਕੇ ਆਏ ਹਾਂ ਵਿਦਨ 2-3 ਆਵਰਸ। ਤੇ ਸ਼ਾਮ ਨੂੰ ਰਾਤ ਦੇ 8 ਵਜੇ 9 ਵਜੇ ਵੀ ਉਹਨਾਂ ਨੇ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਰਿਸੀਵ ਕੀਤਾ, ਇੰਨੀ ਖੁਸ਼ੀ ਨਾਲ ਸਾਨੂੰ ਦੁੱਧ ਪਿਆਇਆ, ਸਾਨੂੰ ਖਾਣੇ ਬਾਰੇ ਪੁੱਛਿਆ। ਤੇ ਮਤਲਬ ਉਹ ਇਲਾਕਾ ਹੀ ਜਿਹੜਾ ਸ਼ਹਿਰ ਤੋਂ ਬਹੁਤ ਦੂਰ ਆ, ਤੇ ਉੱਥੇ ਤੰਬੂਆਂ ਦੇ ਵਿੱਚ ਉਹ ਰਹਿ ਰਹੀਆਂ ਨੇ। ਜੇ ਉਹ ਉੱਥੇ ਇੰਨੀਆਂ ਸੇਫ ਆ, ਵਧੀਆ ਇੱਕ ਵੈਲ ਐਸਟੈਬਲਿਸ਼ਡ ਜਗ੍ਹਾ ਤੇ ਹੈ ਜਿਹਨੂੰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਵਾ। ਤੇ ਮੇਰਾ ਨਹੀਂ ਮੰਨਣਾ ਕਿ ਇੱਥੇ ਆ ਕੇ ਜੇ ਆਪਾਂ ਦੇਖੀਏ ਕਿ ਬੀਬੀਆਂ ਨੂੰ ਕੋਈ ਖਤਰਾ ਆ, ਤੇ ਮੈਨੂੰ ਲੱਗਦਾ ਵਾ ਕਿ ਇਹ ਕੋਈ ਐਡੀ ਕੋਈ ਮੰਨਣ ਵਾਲੀ ਗੱਲ ਨਹੀਂ ਆ ਜੋ ਵੀ ਆਪਾਂ YouTube ਤੇ ਜਾਂ ਫਿਰ ਹੋਰ ਵੀ ਕਿਤੇ ਦੇਖਿਆ। ਬਾਕੀ ਰਹੀ ਗੱਲ, ਜੇ ਆਪਾਂ ਦੇਖੀਏ ਵੀ ਮੈਂ ਪੜ੍ਹਾਈ ਕੀਤੀ ਤੇ ਮੈਂ ਇੱਥੇ ਕਿਉਂ ਆਇਆ, ਮੇਰੇ ਘਰ ਦੇ ਕਹਿੰਦੇ ਸੀ ਕਿ ਤੈਨੂੰ ਇੰਨਾ ਪੜ੍ਹਾਇਆ ਤੇ ਲਿਖਾਇਆ ਤੇ ਤੈਨੂੰ ਇੰਨਾ ਕੰਮਾਂ ਲਈ ਨਹੀਂ, ਤੂੰ ਪੜ੍ਹ। ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਇੱਥੇ ਭੇਜਣ ਵਾਲੇ ਮੇਰੇ ਪਿਤਾ ਜੀ, ਮੇਰਾ ਜਿੰਨਾ ਖਾਨਦਾਨ ਆ ਸਾਰਾ ਖੇਤੀ ਬੈਕਗਰਾਊਂਡ ਬਿਲੋਂਗ ਕਰਦਾ ਆ। ਮੇਰੇ ਨਾਨਕੇ ਤੇ ਦਾਦਕੇ, ਸਿਰਫ ਮੇਰੇ ਇੱਕ ਫਾਦਰ ਤੇ ਮੇਰੇ ਮਦਰ ਆ ਜਿਹੜੇ ਕਿ ਸਾਡੇ ਘਰ ਵਿੱਚੋਂ ਜੇ ਆਪਾਂ ਕਹੀਏ ਤਾਂ ਸਰਕਾਰੀ ਜੌਬ ਤੇ ਸੀ। ਬਾਕੀ ਮੇਰਾ ਸਾਰਾ ਖਾਨਦਾਨ ਹੀ ਇਹਦੇ ਵਿੱਚ। ਮੇਰੇ ਖੁਦ ਦੇ ਪਰਿਵਾਰ ਦੇ ਹਮੇਸ਼ਾ ਇੱਥੇ 4 ਤੋਂ 5 ਮੈਂਬਰ ਧਰਨੇ ਦੇ ਵਿੱਚ ਹਮੇਸ਼ਾ ਰਹਿੰਦੇ ਆ। ਡਾਕਟਰ ਸਾਹਿਬ ਨਾਲ ਵੀ ਸਾਡੇ ਪਰਿਵਾਰ ਦੇ ਪਿਛਲੇ 20 ਸਾਲਾਂ ਤੋਂ ਰਿਲੇਸ਼ਨ ਆ। ਸਾਡਾ ਜਿਹੜਾ ਪਿੰਡ ਆ ਸੁਰ ਸਿੰਘ, ਉਹ ਗਦਰੀ ਬਾਬਿਆਂ ਦਾ ਪਿੰਡ ਆ ਜੀ। ਉੱਥੋਂ ਦੀ ਜਿਹੜੀ ਗਦਰੀ ਬਾਬਿਆਂ ਦੀ ਸੋਚ ਆ ਉਹ ਸ਼ੁਰੂ ਤੋਂ ਹੀ ਇਨਕਲਾਬੀ ਸੋਚ ਆ। ਮੇਰੇ ਪਿੰਡ ਵਿੱਚ ਜਿਹੜਾ ਵੀ ਜੰਮਦਾ ਆ, ਮੈਂ ਅੱਜ ਤੱਕ ਹਮੇਸ਼ਾ ਉਹਦੇ ਮੂੰਹੋਂ ਇਨਕਲਾਬ ਹੀ ਸੁਣਿਆ। ਮੈਂ ਨਹੀਂ ਕਦੀ ਵੇਖਿਆ ਉਹਨੂੰ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਸਹਿੰਦੇ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ, ਮੈਂ ਨਹੀਂ ਦੇਖਿਆ ਕਿ ਉਹ ਬੰਦੇ ਦੇ ਸਾਹਮਣੇ ਗਲਤ ਹੋ ਰਿਹਾ ਹੋਵੇ ਤੇ ਉਹ ਬੰਦਾ ਜੇਬਾਂ ਵਿੱਚ ਹੱਥ ਪਾ ਕੇ ਬੈਠਾ ਹੋਵੇ। ਸੋ ਮੇਰੇ ਲਈ ਬਹੁਤ ਮੁਸ਼ਕਲ ਸੀ, ਜਿਹੜੇ ਮੈਂ ਪਹਿਲਾ ਮਹੀਨਾ 1.5 ਮਹੀਨਾ ਵੀ ਇੱਥੇ ਨਹੀਂ ਆ ਪਾਇਆ, ਮੇਰੇ ਲਈ ਉਹ ਘਰੇ ਕੱਢਣਾ ਬਹੁਤ ਮੁਸ਼ਕਲ ਸੀ। ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹੀ ਮੇਰੀ ਸੋਚ ਹੈ। ਥੈਂਕ ਯੂ। ਸੋ ਲਾਸਟ ਦੇ ਵਿੱਚ ਜਿਹੜਾ ਆਪਾਂ ਸਮ ਅਪ ਕਰਦੇ ਹਾਂ, ਬਟ ਤੁਸੀਂ ਜਿਹੜੇ ਇਹ ਸਾਰਾ ਕਾਰਨ ਆ, ਕਿਉਂਕਿ ਜੇ ਅਸੀਂ ਪਹਿਲਾਂ ਕਰਦੇ ਸ਼ੋਅ ਸ਼ਾਇਦ ਸਾਨੂੰ ਐਂ ਲੱਗਣਾ ਸੀ ਯਾਰ ਕਿਤੇ ਵੈਸੇ ਲੋਕਾਂ ਨੂੰ ਐਨਕਰੇਜ ਕਰਨ ਵਾਸਤੇ ਹੈ ਨਾ ਕਹਿ ਰਹੇ ਆ ਵੀ ਹੋਰ ਹੁਣ, ਪਰ ਇੱਥੇ ਵੀ ਜਿਹੜਾ ਸਾਡੀਆਂ ਇਹ ਜਿਹੜੀਆਂ ਕੁੜੀਆਂ ਸਾਡੀਆਂ ਭੈਣਾਂ ਹੈ ਨਾ, ਤੇ ਇਹਨਾਂ ਨੇ ਜਿਹੜਾ ਬੜਾ ਯੋਗਦਾਨ ਦਿੱਤਾ ਉਹਦੇ ਬਾਰੇ ਜਿਹੜਾ ਡਿਟੇਲ ਦੇ ਵਿੱਚ ਗੱਲ ਕਰਦੇ। ਲਾਸਟ ਦੇ ਵਿੱਚ ਕਮੈਂਟ ਨੇ ਡਾਕਟਰ ਸਾਹਿਬ, ਜਿਹੜਾ ਹੁਣ ਆਪਾਂ ਅੱਜ ਦੀ ਪ੍ਰੈਜ਼ੈਂਟ ਸਿਚੁਏਸ਼ਨ ਖਾਸ ਕਰਕੇ ਜਿਹੜਾ ਔਰਤਾਂ, ਇੱਕ ਮੈਂ ਵੈਸੇ ਕਮੈਂਟ ਕਰਨਾ ਚਾਹੁੰਦਾ ਫਿਰ ਰਾਜਨੀਤਿਕ, ਅੱਜ ਵੀ ਜਿਹੜਾ ਹੈਗਾ ਇਹ ਕਿਹਾ ਜਾਂਦਾ ਕਿ 1000 ਰੁਪਇਆ ਮੈਨੂੰ ਜਿਹੜਾ ਹੈਗਾ ਉਹਨਾਂ ਨੂੰ ਮਹੀਨੇ ਪਤਾ ਨਹੀਂ 18 ਸਾਲ ਤੋਂ ਵੱਧ ਕੁੜੀ ਨੇ 1000 ਰੁਪਏ ਦੀ ਮਹੀਨੇ ਦੀ ਸਹਾਇਤਾ ਦਿੱਤੀ ਆ। ਜਦ ਮੈਂ ਰਾਈਟ ਹੋਵਾਂ ਤਾਂ ਇੱਕ ਪਾਰਟੀ ਨਾਲ ਅਨਾਉਂਸ ਕੀਤਾ, ਕੋਈ ਕਹਿੰਦੀ ਆਈ ਪਾਰਟੀਆਂ ਕੋਈ ਤਾਂ ਸੁਣ ਯਾਰ ਕਿ 1000 ਰੁਪਏ ਪ੍ਰਤੀ ਮਤਲਬ ਔਰਤ ਨੂੰ ਦੇਣ ਨਾਲ ਵੂਮਨ ਐਮਪਾਵਰਮੈਂਟ ਆਊਗੀ ਇਹ ਦੇਸ਼ ਦੀ, ਮਤਲਬ ਕਿ ਕਿੰਨੀ ਹਾਸਲ ਨਹੀਂ ਕਰਦੇ ਇਹਦੇ ਬਾਰੇ ਲਾਸਟ ਕਮੈਂਟ ਦੇ ਵਿੱਚ ਉਹਦੇ ਬਾਰੇ ਸਮਾਂ। ਵੂਮਨ ਐਮਪਾਵਰਮੈਂਟ ਬਹੁਤ ਜ਼ਰੂਰੀ, ਬਹੁਤ ਵੱਡਾ ਇਸ਼ੂ ਜਿਹਨੂੰ ਟੈਕਲ ਕਰਨਾ ਬਹੁਤ ਜ਼ਰੂਰੀ ਆ। ਉਹਦੇ ਵਿੱਚ ਵੂਮਨ ਹੁੰਦੀ ਆ ਬਹੁਤ ਜ਼ਰੂਰੀ ਆ ਉਹ ਚੀਜ਼ ਵਿੱਚ, ਕਿਉਂਕਿ ਕਿੱਦਾਂ ਜਿਹੜਾ 1000 ਦੇਣਾ ਆਈ ਫੀਲ ਲਾਈਕ ਭੀਖ, ਇਹ ਤੁਸੀਂ ਭੀਖ ਦੇ ਰਹੇ ਹੋ। ਉਹ 1000 ਕਿੱਥੋਂ ਹੋਣਾ? ਸਾਡੀਆਂ ਜੇਬਾਂ 'ਚ ਹੋਣਾ, ਕਿਹਦੀ ਜੇਬਾਂ 'ਚ ਹੋਣਾ, ਕਿਹੜੀਆਂ ਜੌਬਸ ਤੋਂ ਹੋਣਾ, ਰਾਈਟ? ਔਰ ਮੋਰਓਵਰ ਤੁਸੀਂ ਆਈ ਥਿੰਕ 1000 ਇਜ਼ ਨਾਟ ਦ ਵੇ ਆਊਟ, ਇਟਸ ਨਾਟ ਦੀ ਆਂਸਰ। ਔਰ ਜੌਬਸ ਕਰ ਐਸੀ ਇਨਵਾਇਰਮੈਂਟ ਦੋਗੇ ਜੌਬਸ ਕਰ ਸਕਣ, ਐਸੀ ਇਨਵਾਇਰਮੈਂਟ ਦੋਗੇ ਉਹ ਪੜ੍ਹ ਸਕਣ। ਸਾਡਾ ਇਨਕਲਾਬ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਜਿੱਥੇ ਵੂਮਨ ਰੈਪਰੈਜ਼ੈਂਟੇਸ਼ਨ ਨਾ ਹੋਵੇ। ਇੱਥੇ ਸਦਾ ਹੀ ਵੂਮਨ ਰੈਪਰੈਜ਼ੈਂਟੇਸ਼ਨ ਰਹੀ ਆ। ਅਗੇਨ ਮੈਂ ਸਾਰਿਆਂ ਨੂੰ ਕਹੂੰਗਾ ਕਿ ਹਰ ਇੱਕ ਧਰਨੇ 100 ਪ੍ਰੋਬਲਮਾਂ ਹੋਣਗੀਆਂ। ਉਹ ਪ੍ਰੋਬਲਮ ਇੱਦਾਂ ਇਹ ਕੋਈ ਪਰਫੈਕਟ ਲਾਈਫ ਨਹੀਂ ਹੈ, ਇੱਥੇ ਕੋਈ ਗੁਰਦੁਆਰਾ ਨਹੀਂ ਆ।
100 ਪ੍ਰੋਬਲਮਾਂ ਇਹਨਾਂ ਨੇ ਫੇਸ ਕੀਤੀਆਂ, ਸ਼ਾਇਦ ਤੁਹਾਨੂੰ ਕੈਮਰੇ ਤੇ ਨਹੀਂ ਦੱਸੀਆਂ, ਆਪਣੇ ਪਿਆਰ ਦੇ ਰਾਜਾ ਜਿੱਦਾਂ ਵੀ, I don't know, but I know deeply inside, I'm sure they have overcome a lot. ਜਿਹੜੇ ਵੀ ਇੱਥੇ ਔਰਤਾਂ ਆਈਆਂ, ਬੀਬੀਆਂ ਆਈਆਂ, ਉਹਨਾਂ ਦੀ ਜ਼ਿੰਦਗੀ ਕੋਈ ਸੌਖੀ ਨਹੀਂ, but they knew there was a common goal ਕਿ ਸਾਡਾ ਦੇਸ਼ ਖਤਰੇ 'ਚ, ਸਾਡੀ ਕਿਸਾਨੀਅਤ ਖਤਰੇ 'ਚ, ਸਾਡੇ ਬਾਬੇ ਖਤਰੇ 'ਚ, and for them they sacrificed. And ਜਿਹੜੇ ਲੋਕ ਨਹੀਂ ਆਏ, ਮਤਲਬ ਕਹੋਗੇ okay, that's fine, it's okay, you missed it this time, but ਜੇ ਕਦੀ ਵੀ ਜ਼ਿੰਦਗੀ 'ਚ ਅੰਦੋਲਨ ਹੋਵੇ, ਇਨਕਲਾਬ ਹੋਵੇ, ਟਰਾਈ ਕਰੋ ਉੱਥੇ ਪਹੁੰਚਣ ਦਾ, ਕਿਉਂਕਿ ਪੈਸਾ ਇੱਕ ਚੀਜ਼ ਹੈ, ਬਟ ਜਿਹੜੀ ਚੀਜ਼ ਤੁਸੀਂ ਇੱਥੇ ਪਾ ਲਈ ਨਾ ਯਾਰ, ਸਾਰੀ ਉਮਰ ਦੀਆਂ ਖੁਸ਼ੀਆਂ ਤੁਸੀਂ ਨਾਲ ਲੈ ਗਏ। ਔਰ ਇੱਕ another way of school ਹੈ ਕਿ ਇੱਥੇ ਵੀ ਸਕੂਲ ਚੱਲਿਆ ਸੀ, ਡਿਗਰੀ ਕਾਲਜ, ਸਿੱਗੂ ਕਾਲਜ, ਉੱਥੇ ਆਉਣਾ ਬਹੁਤ ਜ਼ਰੂਰੀ ਸੀ। ਜਿਹੜੇ ਆ ਗਏ ਆ ਉਹਦਾ ਨਹੀਂ ਪਤਾ, ਆਪਣੀ ਸਾਰੀ ਜ਼ਿੰਦਗੀ ਦੀ ਇੱਕ ਮੈਮਰੀ ਰਹਿ ਗਈ। ਬਾਕੀ that's it. ਥੈਂਕ ਯੂ। ਸੋ ਇਹ ਸਾਡਾ ਜਿਹੜਾ ਆਪਾਂ ਗੱਲ ਕਰੀਏ ਤਾਂ ਸਾਰੇ ਜਿੰਨੇ ਵੀ ਡਾਕਟਰ ਦੇ ਟੀਮ ਲਾਸਟ ਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਇਹ ਤਾਂ ਚਲੋ ਫਿਰ ਵੀ ਆਪਾਂ ਕਿ ਜਿਹੜਾ 5 ਜਾਂ 6 ਡਾਕਟਰ ਨੇ, ਇਹ ਤੋਂ ਬਿਨਾਂ ਵੀ ਜਿਹੜਾ ਸੈਂਕੜੇ ਤਾਦਾਦ ਵਿੱਚ ਸਾਡੀਆਂ ਭੈਣਾਂ ਇੱਥੇ ਆਈਆਂ, ਸ਼ਾਇਦ ਉਹ ਜਿਹੜੇ ਅੱਜ ਸਾਡੇ 'ਚ ਮੌਜੂਦ ਨਹੀਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਇਹੋ ਜਿਹੇ ਜਿਹੜਾ ਹੈਗਾ ਮੈਂ ਸ਼ੋਅ ਕਰਦਾ ਰਹਾਂ ਤੇ ਨਾਲ ਪੁਆਇੰਟ ਆਫ ਵਿਊ ਅਲੱਗ-ਅਲੱਗ ਐਂਗਲਾਂ ਤੋਂ, ਕਿਉਂਕਿ ਇੱਕ ਜੇ ਆਪਾਂ ਗੱਲ ਕਰੀਏ ਤਾਂ ਡਾਕਟਰ ਸਵੈ ਮਾਨ ਦਾ ਜਿਹੜਾ ਪਿੰਡ ਕੈਲੀਫੋਰਨੀਆ ਆਪਣੇ ਆਪ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇੱਕ ਕਾਲਜ ਸੀਗਾ, ਪੜ੍ਹਨ ਦਾ ਜ਼ਰੀਆ ਸੀਗਾ, ਤੇ ਉਹਦੇ ਵਿੱਚ ਲੱਖਾਂ ਤਰੀਕੇ ਨਾਲ ਮੈਂ ਅਲੱਗ-ਅਲੱਗ ਚੀਜ਼ ਤੋਂ ਵੀਡੀਓ ਬਣਾ ਸਕਦਾ, ਪਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਜ਼ਿੰਦਗੀ ਤਰੱਕੀ ਕਰਨਗੀਆਂ, ਤੇ ਕਿਉਂਕਿ ਡਾਕਟਰ ਦਾ ਪੇਸ਼ਾ ਇਹੋ ਜਿਹਾ ਹੋਣਾ ਚਾਹੀਦਾ ਜਿਹਦੀ ਹਮੇਸ਼ਾ ਹੀ ਜਿਹੜੀ ਮਰੀਜ਼ ਦੇ ਨਾਲ ਇੱਕ ਦਿਲੀ ਸਾਂਝ ਹੋਣੀ ਚਾਹੀਦੀ ਹੈ। ਪਰ ਅੱਜ ਦੇ ਡਾਕਟਰਾਂ ਦੇ ਵਿੱਚ ਇਹ ਆ ਵੀ ਪੈਸੇ ਨਾਲ ਸਾਂਝਾ, ਬੰਦਾ ਮਰਿਆ ਪਿਆ ਹੁੰਦਾ, ਉਹ ਕਹਿੰਦਾ ਬਿੱਲ ਲਿਆ ਕੇ ਦਿਓ ਤੇ ਫੇਰ ਬੰਦਾ ਲੈ ਜਾਓ, ਐ ਨਹੀਂ ਵੀ ਉਹਨੂੰ ਬਚਾਉਣ ਨਹੀਂ ਅੱਜ ਪੈਸਾ, ਪਰ ਇਹਨਾਂ ਦੇ ਵਿੱਚ ਇੱਕ ਦਿਲ ਵੀ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਵੀ ਇਹ ਵਰਕ ਕਰਨਗੇ ਇਹਨਾਂ ਨੂੰ ਇਹ ਯਾਦ ਆਊਗਾ ਕਿ ਉਸ ਸਮੇਂ ਦੇ ਵਿੱਚ, ਕਿਉਂਕਿ ਇੱਥੋਂ ਉਹ ਮੋਰਲ ਵੈਲਿਊ ਸਿੱਖ ਰਹੇ ਆ। ਲਾਸਟ ਕਮੈਂਟ ਤੋਂ ਬਾਅਦ ਕੰਕਲੂਡ। ਮੈਂ ਇੱਕ ਚੀਜ਼ ਕਹੂੰਗੀ, ਇੱਕੋ ਹੀ ਵਰਡ ਜੋ ਬਾਰ-ਬਾਰ ਆਪਾਂ ਸੁਣ ਰਹੇ ਹਾਂ ਹਰੇਕ ਤੋਂ, ਇਨਕਲਾਬ। ਆਪਾਂ ਇਹ ਛੋਟਾ ਵਰਡ ਹੈ, ਬਟ ਇਹ ਆਪਣੇ ਆਪ 'ਚ ਹੀ ਬਹੁਤ ਵੱਡਾ ਵਰਡ ਹੈ, ਤੇ ਆਪਾਂ ਚਾਹੁੰਦੇ ਹਾਂ ਕਿ ਸਾਰੇ ਜਾਣੇ ਇਹਦੇ ਵਿੱਚ ਸ਼ਾਮਲ ਹੋਈਏ। ਸੋ ਵਾਈ ਨਾਟ ਵਿਮਨ? ਆਈ ਡੋਂਟ ਨੋ, ਜੋ ਘਰ ਬੈਠੀਆਂ ਨੇ, ਜੋ ਆਉਣਾ ਚਾਹੁੰਦੀਆਂ ਸੀ ਜਾਂ ਫਿਰ ਕਿਸੇ ਡਰ ਕਰਕੇ ਰੁਕ ਗਈਆਂ ਜਾਂ ਆਪਣੇ ਘਰਦਿਆਂ ਕਰਕੇ ਰੁਕ ਗਈਆਂ, ਜਿਨ੍ਹਾਂ ਨੂੰ ਲੱਗਦਾ ਕਿ ਉੱਥੇ ਜਾ ਕੇ ਸਾਡੀ ਡਿਸਰਿਸਪੈਕਟ ਹੋ ਸਕਦੀ ਆ, I would say, ladies, you should really get up now. You should really raise your voice for your rights. I don't know, I don't say that you have to raise your voice in front of your parents, but yes, you can make them think another way, because being parents, they will be they will be after your respect, they will be after everything they want for you, but yes, you can change their mindset. So please come forward, and this is the history which has been written, and it was the best experience of my life, of all of our women's life, and I personally thank Dr. Swayman for this experience. Thank you so much, sir. Thank you. ਸੋ ਇਹ ਜਿਹੜਾ ਹੈਗਾ ਸਾਡਾ ਇੱਕ ਐਪੀਸੋਡ ਸੀਗਾ ਜਿਹਦੇ ਵਿੱਚ ਜਿਹੜਾ ਲੇਡੀਜ਼ ਡਾਕਟਰ ਦਾ ਐਕਸਪੀਰੀਅੰਸ ਬਾਰੇ ਚਰਚਾ ਕੀਤੀ। ਇਸ ਤਰ੍ਹਾਂ ਦੀ ਜਿਹੜੀ ਹੈਗਾ ਚਰਚਾ ਲਗਾਤਾਰ ਜਾਰੀ ਰਹੂਗਾ, ਬਣੇ ਰਹੋ ਜਿਹੜਾ ਹੈਗਾ ਗੁਰਪ੍ਰੀਤ ਕੋਟਲੀ ਟੀਵੀ ਨਾਲ। ਤੇ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂ ਜ਼ਰੂਰ। ਮੈਂ ਗੱਲ ਜ਼ਰੂਰ ਕਹਿਣਾ ਚਾਹੂੰਗੀ, ਜੋ ਇੱਕ ਪਿਤਾ ਆਪਣੀ ਧੀ ਨੂੰ ਕਹਿੰਦਾ ਹੈ। ਹੁਣ ਮੈਨੂੰ ਨਹੀਂ ਪਤਾ ਕਿ ਆਪਾਂ ਕੁਝ ਵੀ ਕਹਿੰਦੇ ਆ ਕਿ ਉਹਨੂੰ ਕਿਵੇਂ ਪਰਸੀਵ ਕੀਤਾ ਜਾਂਦਾ, ਕੋਈ ਕਿਵੇਂ ਉਸ ਚੀਜ਼ ਨੂੰ ਦੇਖਦਾ, ਪਰ ਇਹ ਕੋਟ ਮੈਨੂੰ ਇੱਕ ਬਹੁਤ ਜ਼ਿਆਦਾ, ਜਿਸ ਤਰੀਕੇ ਨਾਲ ਮੈਂ ਸਮਝਿਆ, ਮੈਨੂੰ ਬਹੁਤ ਵਧੀਆ ਲੱਗੀ ਕਿ ਇੱਕ ਪਿਤਾ ਆਪਣੀ ਧੀ ਨੂੰ ਕਹਿੰਦਾ ਹੈ ਕਿ ਆਪਣੀ ਧੀ ਨੂੰ ਚੰਨ ਵਰਗਾ ਨਾ ਬਣਾਓ ਕਿ ਹਰ ਕੋਈ ਘੂਰ ਕੇ ਦੇਖੇ, ਆਪਣੀ ਧੀ ਨੂੰ ਸੂਰਜ ਵਰਗਾ ਬਣਾਓ ਕਿ ਕੋਈ ਵੀ ਦੇਖੇ ਤੇ ਉਹਦੀ ਨਜ਼ਰ ਨੀਵੀਂ ਹੋ ਜਾਵੇ। ਕੀ ਬਾਤ ਹੈ। ਥੈਂਕ ਯੂ ਵੈਰੀ ਮਚ ਸਾਰਿਆਂ ਦਾ ਪ੍ਰੋਗਰਾਮ ਨਾਲ ਜੁੜੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਲਗਾਤਾਰ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ, ਗੁਰਪ੍ਰੀਤ ਕੋਟਲੀ ਟੀਵੀ ਤੇ, ਗੁਰਪ੍ਰੀਤ ਕੋਟਲੀ YouTube ਚੈਨਲ ਤੇ, ਡਾਕਟਰ ਸਾਹਿਬਾਨ ਦੇ ਇੰਸਟਾਗ੍ਰਾਮ ਪੇਜ ਤੇ ਜਿਹੜੀਆਂ ਇਹੋ ਜਿਹੀਆਂ ਵੀਡੀਓ ਤੁਹਾਨੂੰ ਲਗਾਤਾਰ ਮਿਲਦੇ ਰਹਿਣਗੀਆਂ, ਜਿਹੜੀਆਂ ਇਮੋਸ਼ਨਲ ਵੀ ਹੋਣਗੀਆਂ, ਇਨਫੋਰਮੇਸ਼ਨਲ ਵੀ ਹੋਣਗੀਆਂ, ਤੇ ਤੁਹਾਨੂੰ ਐਨਕਰੇਜ ਵੀ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆਉਣ ਲਈ। ਆਪਦੀ ਧੀ ਨੂੰ ਜਿਹੜਾ ਚੰਨ ਵਰਗਾ ਨਾ ਬਣਾਓ, ਸੂਰਜ ਵਰਗਾ ਬਣਾਓ, ਤੇ ਤਾਂ ਕਿ ਜਿਹੜਾ ਹੈਗਾ ਲੋਕ ਉਹਨੂੰ ਜਿਹੜਾ ਹੈਗਾ ਛੂਹਣ ਤੋਂ ਡਰਨ। ਧੰਨਵਾਦ।